ਨਵਾਂ ਜ਼ਮਾਨਾ ਵੈਬ ਟੀਵੀ ਦੇ ਦਰਸ਼ਕ ਸਰੋਤੇ ਦਾ ਸਵਾਗਤ ਹੈ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਕਾਨੂੰਨੀ ਜਾਣਕਾਰੀ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਅਡਾਪਸ਼ਨ ਦੀ, ਜਾਂ ਜਿਹਨੂੰ ਅਸੀਂ ਗੋਦ ਲੈਣਾ ਜਾਂ ਕੁਝ ਸਮਾਂ ਪਹਿਲਾਂ ਮਤਵੰਨਾ ਬਣਾਉਣ ਦੇ ਸ਼ਬਦ ਵਰਤਦੇ ਰਹੇ ਹਾਂ। ਇਹਦੇ ਬਾਰੇ ਜਾਣਕਾਰੀ ਦੇਣ ਲਈ ਕਾਨੂੰਨੀ ਮਾਹਰ ਅਤੇ ਸੀਨੀਅਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਜੀ ਸਾਡੇ ਨਾਲ ਨੇ। ਇਹ ਤੁਹਾਡੇ ਲਈ ਬੜਮੁੱਲੀ ਜਾਣਕਾਰੀ ਲੈ ਕੇ ਇਹਨਾਂ ਦਾ ਸਵਾਗਤ ਕਰ ਰਹੇ ਹਾਂ ਤੇ ਇਹ ਤੁਹਾਨੂੰ ਇਸ ਬਾਰੇ ਬੜਮੁੱਲੀ ਜਾਣਕਾਰੀ ਦੇਣਗੇ। ਪਿਆਰੇ ਦਰਸ਼ਕੋ, ਜੇ ਕੋਈ ਤੁਹਾਡਾ ਨੁਕਤਾ ਹੋਵੇ ਤੇ ਤੁਸੀਂ ਬਾਅਦ ਵਿੱਚ ਇਹ ਰਜਿਸਟਰਡ ਵੀ ਕਰਵਾ ਸਕਦੇ ਹੋ ਕਿ ਇਸ ਬਾਰੇ ਇਹ ਗੱਲ ਰਹਿ ਗਈ। ਸੋ ਸ਼ੁਗਲੀ ਜੀ, ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਜੀ ਆਇਆਂ। ਪਹਿਲਾਂ ਤੇ ਸਾਡੇ ਇਹਨਾਂ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਦੱਸੋ ਕਿ ਇਹ ਜਿਹੜਾ ਅਡਾਪਸ਼ਨ ਹੈ ਜਾਂ ਗੋਦ ਲੈਣਾ ਜਾਂ ਮਤਵੰਨਾ ਬਣਾਉਣ ਦਾ, ਇਹਦੀ ਲੋੜ ਆਪਣੇ ਘਰਾਂ ਦੇ ਵਿੱਚ, ਸੁਸਾਇਟੀ ਦੇ ਵਿੱਚ ਕਿਉਂ ਪੈਂਦੀ ਹੈ? ਦੇਖੋ ਜੀ, ਬਈ ਜੋ ਪਹਿਲਾਂ ਪੰਜਾਬ ਆ ਜਾਂ ਜਦੋਂ ਇਹ ਕਾਨੂੰਨ ਬਣਿਆ, ਹਿੰਦੂ ਜਿਹੜਾ ਸੁਕਸੈਸ਼ਨ ਐਕਟ ਆ ਜਾਂ ਹਿੰਦੂ ਲਾ ਆ, ਉਸ ਲਾ ਦੇ ਵਿੱਚ ਪ੍ਰੋਵੀਜ਼ਨ ਹੈ ਹਿੰਦੂ ਮੇਨਟੇਨੈਂਸ ਐਕਟ ਹਿੰਦੂ ਅਡਾਪਸ਼ਨ ਐਕਟ ਇੱਕ ਬਣਿਆ ਆ, ਜਿਹਦੇ ਤਹਿਤ ਤੁਸੀਂ ਕੋਈ ਬੱਚਾ ਆਪਣੀ ਗੋਦ ਵਿੱਚ ਲੈ ਸਕਦੇ। ਲੋੜ ਤਾਂ ਪਈ ਆ ਭਈ ਕਈ ਘਰਾਂ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਹੁੰਦੀ ਸੀ ਤੇ ਜਦੋਂ ਪੁੱਤਰ ਨਾ ਹੋਵੇ ਉਹਨਾਂ ਦੀ ਜਾਇਦਾਦ ਹੁੰਦੀ ਸੀ। ਉਹ ਚਾਹੁੰਦੇ ਵੀ ਕੋਈ ਐਸਾ ਪੁੱਤ ਹੋਵੇ ਜਿਹੜਾ ਸਾਡੀ ਜਾਇਦਾਦ ਨੂੰ ਸਾਂਭੇ, ਸਾਡੀ ਵੀ ਵੱਡਾ ਹੋ ਕੇ ਸੇਵਾ ਕਰੇ। ਇਸ ਤਹਿਤ ਪਹਿਲਿਆਂ ਦੇ ਵਿੱਚ ਬਹੁਤ ਨੇੜੇ ਦਾ ਰਿਸ਼ਤੇਦਾਰ ਜਾਂ ਜਿਹਨੂੰ ਆਪਾਂ ਬਲੱਡ ਰਿਲੇਸ਼ਨ ਵਾਲਾ ਕਹਿ ਦਿੰਦੇ ਆ, ਮਾਸੀ ਦਾ ਪੁੱਤ ਹੋਵੇ, ਮਾਸੀ ਹੋਵੇ, ਮਾਮੀ ਹੋਵੇ ਜਾਂ ਭੂਆ ਹੋਵੇ, ਉਹਨਾਂ ਦੇ ਬੱਚੇ ਜੇ ਕੋਈ ਵਾਧੂ ਬੱਚਾ ਹੋਵੇ ਤੁਸੀਂ ਲੈ ਸਕਦੇ ਹੋ, ਉਹ ਦੇਣ ਨੂੰ ਤਿਆਰ ਹੋਣ ਤੇ ਉਹਨਾਂ ਵਿੱਚੋਂ ਬੱਚਾ ਲਿਆ ਜਾਂਦਾ ਸੀ, ਕਿਉਂਕਿ ਜ਼ਮੀਨ ਜਾਇਦਾਦ ਦਾ ਮਾਮਲਾ ਹੁੰਦਾ ਸੀ। ਇਸ ਕਰਕੇ ਗੋਦ ਲੈਣ ਦੇ ਵਿੱਚ ਨੇੜੇ ਦਾ ਰਿਸ਼ਤੇਦਾਰ ਚੁਣਿਆ ਜਾਂਦਾ ਸੀ ਤੇ ਉਦੋਂ ਅਡਾਪਸ਼ਨ ਇਹ ਹੁੰਦੀ ਸੀ ਜਾਂ ਉਦੋਂ ਮਤਵੰਨਾ ਉਦੋਂ ਤਾਂ ਬਣਾਇਆ ਜਾਂਦਾ ਸੀ ਕਿ ਤੁਹਾਡੇ ਕੋਲ ਬੱਚਾ ਹੈ ਨਹੀਂ, ਉਹਨਾਂ ਕੋਲ ਇੱਕ ਬੱਚਾ ਵਾਧੂ ਆ ਜਾਂ ਦੋ ਬੱਚੇ ਵਾਧੂ, ਉਹਨਾਂ ਵਿੱਚ ਤੁਸੀਂ ਇੱਕ ਲੈ ਸਕਦੇ ਆ। ਇਸ ਕਰਕੇ ਇਹਦਾ ਰਿਵਾਜ ਪਿਆ ਵੀ ਆਪਣੇ ਤੋਂ ਨੇੜੇ ਦੇ ਰਿਸ਼ਤੇਦਾਰ, ਜਿਹੜਾ ਤੁਹਾਨੂੰ ਜਾਣਦਾ ਹੋਵੇ, ਜਿਹੜਾ ਖੁਦੀ ਰਿਸ਼ਤੇਦਾਰ ਹੋਵੇ, ਉਹਦਾ ਬੱਚਾ ਲੈ ਕੇ ਆਪਣੇ ਕੋਲ ਰੱਖਣਾ। ਨਾਲੇ ਤੇ ਅਗਲੇ ਤੇ ਆਪ ਸਮਝ ਲਓ ਆਸਾਨ ਹੋ ਜਾਣਾ ਵੀ ਤੁਹਾਡਾ ਬੱਚਾ ਮੈਂ ਗੋਦ ਲਿਆ, ਨਾਲੇ ਆਪਣਾ ਉਹਨੇ ਮਕਸਦ ਹੱਲ ਕਰ ਲੈਣਾ ਤੇ ਸਾਡੀ ਬੁਢੇਪੇ ਵਿੱਚ ਕੋਈ ਦੇਖਭਾਲ ਕਰੇਗਾ, ਸਾਡੀ ਜਾਇਦਾਦ ਨੂੰ ਵੀ ਕੋਈ ਸੰਭਿਆ। ਇੱਥੋਂ ਫਿਰ ਇਸ ਕਾਨੂੰਨ ਦੀ ਲੋੜ ਪਈ, ਕਾਨੂੰਨ ਬਣਿਆ ਤੇ ਇਹਦੀ ਵਰਤੋਂ ਕਰਕੇ ਵੀ ਆਪਾਂ ਉਦੋਂ ਇਹ ਕਹਿੰਦੇ ਸੀ ਕਿ ਇਹ ਫਲਾਣੇ ਦਾ ਮਤਵੰਨਾ ਹੈ। ਮਤਵੰਨੇ ਦਾ ਮਤਲਬ ਆ ਉਹ ਬੱਚਾ ਗੋਦ ਲਿਆ। ਤੁਹਾਡੀ ਇਸ ਗੱਲ ਦੇ ਵਿੱਚੋਂ ਦੋ ਨੁਕਤੇ ਉੱਭਰਦੇ ਆ। ਇੱਕ ਤਾਂ ਇਹ ਕਿ ਇਸ ਅਡਾਪਸ਼ਨ ਵਾਲੇ ਕਾਨੂੰਨ ਦੀ ਜਾਂ ਰਵਾਇਤ ਜਿਹੜੀ ਆ, ਇਹਦੀ ਲੋੜ ਪ੍ਰੋਪਰਟੀ ਦੀ ਸਾਂਭ ਸੰਭਾਲ ਲਈ, ਨੰਬਰ 1। ਨੰਬਰ 2 ਕਿ ਵੱਡੇ ਹੋ ਕੇ ਜਦੋਂ ਬਿਰਧ ਹੋ ਜਾਣਾ, ਬਜ਼ੁਰਗ ਹੋ ਜਾਣਾ, ਕਿ ਉਹਨਾਂ ਦੀ ਸੇਵਾ ਦੇ ਲਈ। ਸ਼ਾਇਦ ਇਸੇ ਕਰਕੇ ਸ਼ੁਗਲੀ ਜੀ ਹੋਊਗਾ ਕਿ ਉਦੋਂ ਅਡਾਪਸ਼ਨ ਜ਼ਿਆਦਾ ਮੇਲ ਚਾਈਲਡ ਦੀ ਜਾਂ ਮੁੰਡਿਆਂ ਦੀ ਹੁੰਦੀ ਸੀ, ਕੁੜੀਆਂ ਦੀ ਬਹੁਤ ਘੱਟ ਹੁੰਦੀ ਹੋਊਗੀ ਕਿ ਨਹੀਂ? ਦੇਖੋ ਜੀ, ਉਦੋਂ ਤਾਂ ਜਿਹੜੇ ਪਹਿਲੇ ਸਮੇਂ ਦੀ ਜੇ ਆਪਾਂ ਗੱਲ ਕਰੀਏ ਵੀ ਲੜਕੀਆਂ ਤੁਹਾਡੇ ਘਰਾਂ 'ਚ ਵੀ ਹੁੰਦੀਆਂ ਸੀ ਤੇ ਲੜਕੇ ਵੀ ਹੁੰਦੇ ਸੀ, ਭੈਣ ਭਰਾ ਹੁੰਦੇ ਸੀ ਤੇ ਲੜਕੀ ਨੂੰ ਛੱਡ ਲਿਆ ਜਾਂਦਾ ਸੀ ਜਾਇਦਾਦ ਦੇਣ ਲੱਗੇ ਤੇ ਇੱਕ ਵਸੀਅਤ ਲਿਖੀ ਜਾਂਦੀ ਸੀ। ਜਿੱਦਾਂ ਆਪਾਂ ਵਸੀਅਤ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਹੈ ਕਿ ਵਸੀਅਤ ਦਾ ਮਤਲਬ ਹੈ ਕਿ ਕਿਸੇ ਦਾ ਹੱਕ ਮਾਰ ਦੋ, ਤਾਂ ਉਸ ਲੜਕੀ ਦਾ ਹੱਕ ਮਾਰਿਆ ਜਾਂਦਾ ਸੀ। ਉਹਨੂੰ ਇਹ ਕਹਿ ਕੇ ਕਿ ਜੋ ਇਹਦਾ ਬਣਦਾ ਸੀ ਮੈਂ ਇਹਦੇ ਵਿਆਹ ਦੇ ਤੋਹਫੇ ਦੇ ਰੂਪ ਵਿੱਚ ਜਾਂ ਦਾਜ ਦੇ ਰੂਪ ਵਿੱਚ ਦੇ ਚੁੱਕਾ ਹਾਂ, ਤੇ ਇਸ ਕਰਕੇ ਉਹਨੂੰ ਨਹੀਂ ਦਿੱਤੇ। ਇਸ ਕਰਕੇ ਲੜਕੀ ਨੂੰ ਅਡਾਪਟ ਕਰਨ ਦਾ ਰਿਵਾਜ ਬਹੁਤ ਘੱਟ ਹੁੰਦਾ ਸੀ ਤੇ ਲੜਕੇ ਨੂੰ ਹੀ ਅਡਾਪਟ ਕੀਤਾ ਜਾਂਦਾ ਸੀ ਉਹ ਸ਼ਕਲ ਵਿੱਚ ਕਿ ਜਿਹੜੀ ਚੀਜ਼ ਤੁਹਾਡੇ ਕੋਲ ਹੈ ਨਹੀਂ, ਉਹ ਤੁਸੀਂ ਕਿਸੇ ਨੇੜੇ ਦੇ ਰਿਸ਼ਤੇਦਾਰ ਤੋਂ ਜਿਹੜਾ ਰਜ਼ਾਮੰਦ ਹੋਵੇ ਤੇ ਉਹਦੇ ਕੋਲ ਲੈ ਲੈਣੀ। ਉਹ ਤਾਂ ਬੱਚੇ ਨੂੰ ਗੋਦ ਲੈ ਕੇ ਤੇ ਉਦੋਂ ਉਹਨੂੰ ਜਿਹੜਾ ਤੁਹਾਡਾ ਰੈਵਨਿਊ ਰਿਕਾਰਡ ਆ ਉਹਦੇ ਵਿੱਚ ਲਿਖਾ ਦਿੱਤਾ ਜਾਂਦਾ ਸੀ। ਪ੍ਰੈਫਰ ਇਹ ਕੀਤਾ ਜਾਂਦਾ ਸੀ ਕਿ ਜਿਹੜੀ ਅਡਾਪਸ਼ਨ ਆ ਉਹ ਤੁਹਾਡੇ ਖੂਨ ਦੇ ਰਿਸ਼ਤੇ ਵਿੱਚ ਹੀ, ਜਿਵੇਂ ਤੁਸੀਂ ਦੱਸਿਆ ਵੀ ਆ, ਉਹ ਹੋ ਜਵੇ ਤਾਂ ਕਿ ਬਹੁਤੇ ਕਈ ਵਾਰੀ ਉਹ ਝਗੜਿਆਂ ਤੋਂ ਬਚਿਆ ਜਾ ਸਕਦਾ। ਕੁਦਰਤੀ ਗੱਲ ਵੀ ਜਦੋਂ ਤੁਸੀਂ ਬੁੱਢੇ ਬਾਰੇ ਬਿਮਾਰ ਹੁੰਦੇ ਆ ਜਾਂ ਉਦਾਂ ਬਿਮਾਰ ਹੋ ਜਾਓ ਤੇ ਕਿਸੇ ਲੜਕੀ ਸੱਦਣੀ ਹੋਵੇ, ਜਾਂ ਤੁਸੀਂ ਮਾਮੇ ਦੀ ਲੜਕੀ ਸੱਦਦੇ ਆ ਜਾਂ ਮਾਸੀ ਦੀ ਲੜਕੀ ਸੱਦਦੇ ਆ ਜਾਂ ਭੂਆ ਦੇ ਨਿਆਣੇ ਸੱਦਦੇ ਆ, ਆਣ ਕੇ ਸਾਡੀ 4 ਦਿਨ ਨਗਾ ਦਿਓ, ਜਾਂ ਤੁਸੀਂ ਆਪਰੇਸ਼ਨ ਕਰਾਉਣੇ ਜਾਂ ਤੁਸੀਂ ਬਿਮਾਰ ਰਹਿੰਦੇ ਆ
ਤਾਂ ਉਹ ਜਿਹੜੇ ਤੱਕ ਤੁਸੀਂ ਆਸਾਨੀ ਨਾਲ ਪਹੁੰਚ ਕਰ ਸਕਦੇ ਆ। ਜਿਹਨਾਂ ਕੋਈ ਚੀਜ਼ ਵਾਧੂ ਆ ਜਾਂ ਜਿਹਨਾਂ ਕੋਈ ਜ਼ਿਆਦਾ ਲੜਕੇ ਆ ਤਾਂ ਉਹ ਫਿਰ ਇੱਕ ਬੱਚਾ ਉਹਨਾਂ ਦਾ ਮੰਗ ਕੇ ਲੈ ਲੈਂਦੇ ਸੀ, ਉਹਨੂੰ ਪਾਲਦੇ ਸੀ ਪਹਿਲਾਂ ਸੀਗੇ, ਫਿਰ ਜ਼ਮੀਨ ਉਹਦੇ ਨਾਲ ਲੱਗ ਜਾਂਦੀ ਸੀ ਤੇ ਫਿਰ ਉਹਨਾਂ ਤੋਂ ਬਾਅਦ ਉਹ ਜ਼ਮੀਨ ਦੀ ਜਿੱਥੇ ਸੰਭਾਲ ਕਰਦਾ ਸੀ ਉੱਥੇ ਉਹ ਮਾਲਕ ਬਣ ਜਾਂਦਾ, ਮਾਲਕ ਵੀ ਬਣ ਜਾਂਦਾ ਸੀ। ਤਾਂ ਉਹਨਾਂ ਨੂੰ ਇਹ ਨਹੀਂ ਲੱਗਦਾ ਸੀ ਕਿ ਸਾਡੀ ਜ਼ਮੀਨ ਕੋਈ ਹੋਰ ਲੈ ਜਾਊਗਾ, ਜਾਣੀ ਜ਼ਮੀਨ ਸਾਡੇ ਮਰਨ ਤੋਂ ਬਾਅਦ ਉਸ ਬੱਚੇ ਕੋਈ ਰਵੇ ਜਿਹੜਾ ਅਸੀਂ ਅਡਾਪਟ ਕੀਤਾ, ਜਿਹਨੂੰ ਅਸੀਂ ਗੋਦ ਵਿੱਚ ਲਿਆ। ਹੁਣ ਅਗਲੀ ਜਿਹੜੀ ਜਾਣਕਾਰੀ ਸਾਡੇ ਦਰਸ਼ਕਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਨਾਲ ਇਹ ਸਾਂਝਾ ਕਰੋ ਕਿ ਇਹ ਸਾਰੇ ਦਾ ਪ੍ਰੋਸੈਸ ਕੀ ਹੈ, ਪ੍ਰਕਿਰਿਆ ਕੀ ਹੈ ਕਿ ਜਦੋਂ ਕਿਸੇ ਨੇ ਬੱਚਾ ਗੋਦ ਲੈਣਾ ਉਹਦੀ ਇੱਕ ਕਾਨੂੰਨੀ ਵੈਧਤਾ ਵੀ ਬਣ ਜਾਏ ਤੇ ਉਹਦੀ ਪ੍ਰਕਿਰਿਆ ਕੀ ਹੈ ਤੇ ਇਹ ਕਿਸ ਤਰ੍ਹਾਂ ਸ਼ੁਰੂ ਹੋਣਾ ਹੁੰਦਾ, ਕਿਸ ਤਰ੍ਹਾਂ ਕਰਨਾ। ਦੇਖੋ ਜੀ, ਇਹਦਾ ਹੈ ਵੀ ਕੱਲ ਨੂੰ ਕੋਈ ਬੱਚਾ ਲੈ ਕੇ ਮੁੱਕਰ ਨਾ ਜਾਵੇ ਜਾਂ ਬੱਚੇ ਨਾਲ ਕੋਈ ਮਾੜਾ ਵਿਵਹਾਰ ਨਾ ਕਰੇ ਜਾਂ ਕਵੇ ਮੈਂ ਤਾਂ ਲਿਆ ਹੀ ਨਹੀਂ ਸੀਗਾ ਜਾਂ ਕੁਝ ਕਹਿ ਦੇਵੇ। ਉਹਦੇ ਲਈ ਕਾਨੂੰਨ ਵਿੱਚ ਇਹ ਪ੍ਰੋਵੀਜ਼ਨ ਕੀਤੀ ਆ ਕਿ ਜਿਹੜਾ ਤੁਸੀਂ ਬੱਚਾ ਲੈਣਾ ਪਹਿਲਾਂ ਤਾਂ ਦੋਨਾਂ ਪਰਿਵਾਰਾਂ ਨੂੰ ਸਹਿਮਤੀ ਕਰਨੀ ਆ। ਕਈ ਵਾਰੀ ਬੱਚੇ ਤੇ ਵੀ ਸਹਿਮਤੀ ਨਹੀਂ ਹੁੰਦੀ, ਇਹ ਆਹ ਲੜਕਾ ਨਹੀਂ ਲੈਣਾ ਸੀ ਉਹ ਲੜਕਾ ਲੈਣਾ, ਜਾਂ ਆਦਮੀ ਦੇ ਵਿੱਚ ਤੀਵੀਂ ਵਿੱਚ ਜਾਂ ਜਿਹੜਾ ਜੋੜਾ ਜਿਹਨੇ ਲੈਣਾ ਜਾਂ ਜਿਹਨੇ ਦੇਣਾ, ਦੋਨਾਂ ਦੀ ਸਹਿਮਤੀ ਹੁੰਦੀ ਆ, ਉਹ ਲੈਣ ਵਾਲਿਆਂ ਦੀ ਵੀ ਤੇ ਦੇਣ ਵਾਲਿਆਂ ਦੀ ਵੀ। ਉਹ ਸ਼ਕਲ ਵਿੱਚ ਕੋਈ ਇਕੱਲਾ ਦੇ ਸਕਦਾ ਜੇ ਦੂਜੀ ਧਿਰ ਨਾ ਹੋਵੇ। ਜਿੱਦਾਂ ਵਿਧਵਾ ਔਰਤ ਆ, ਜੇ ਆਦਮੀ ਨਾ ਹੋਵੇ ਤਾਂ ਉਹਦੀ ਕੰਸੈਂਟ ਉਹਦੀ ਮਰਜ਼ੀ ਚੱਲ ਜਾਣੀ ਆ। ਤੇ ਜੇ ਫਰਕ ਲਓ ਘਰ ਵਾਲੀ ਹੈ ਨਹੀਂ ਤੇ ਇਕੱਲਾ ਬਾਪ ਜਿਹੜਾ ਆ ਉਹ ਮੰਗਣ ਵਾਲੇ ਨੂੰ ਆਪਣਾ ਇੱਕ ਬੱਚਾ ਦੇ ਸਕਦਾ ਲੋੜ ਮੁਤਾਬਕ। ਤਾਂ ਜੇ ਦੋਨੇ ਜੀਂਦੇ ਆ ਫਿਰ ਇਹ ਯਾਦ ਰੱਖੋ ਦੋਨਾਂ ਦੀ ਕੰਸੈਂਟ ਬਹੁਤ ਜ਼ਰੂਰੀ ਆ। ਲੈਣ ਵਾਲਿਆਂ ਦੇ ਵਿੱਚ ਵੀ ਜੇ ਲੈਣ ਵਾਲਾ ਕਹਿੰਦੇ ਆ ਵੀ ਬੱਚਾ ਤਾਂ ਚਾਹੀਦਾ ਪਰ ਅਸੀਂ ਇਹਨਾਂ ਦਾ ਬੱਚਾ ਨਹੀਂ ਲੈਣਾ, ਮੈਂ ਤਾਂ ਰਹੂੰਗੀ ਤੁਹਾਡੇ ਘਰ ਜਾਂ ਮੈਂ ਤਾਂ ਕੋਈ ਗੱਲ ਵੀ ਹੋਵੇ ਸ਼ਰਤ ਲਾ ਦਿੰਦੇ ਆ ਫਲਾਨਾ ਬੱਚਾ ਲੈ ਲਓ। ਤਾਂ ਜਦੋਂ ਉਹਨਾਂ ਦੀ ਬੱਚੇ ਦੇ ਬਾਰੇ ਕਿਸੇ ਖਾਸ ਬੱਚੇ ਬਾਰੇ ਸਹਿਮਤੀ ਹੋਵੇ ਤਾਂ ਉਹ ਫਿਰ ਬੱਚੇ ਨੂੰ ਲੈਣ ਦੇ ਹੱਕਦਾਰ ਹੁੰਦੇ ਆ। ਇਸ ਕਰਕੇ ਵੀ ਬੱਚੇ ਦਾ ਫਿਊਚਰ ਦਾ ਖਿਆਲ ਰੱਖਿਆ ਗਿਆ ਕਾਨੂੰਨ ਦੇ ਵਿੱਚ ਵੀ ਕੱਲ ਨੂੰ ਕੋਈ ਲੈ ਕੇ ਇਹ ਨਾ ਕਵੇ ਵੀ ਅਸੀਂ ਬੱਚਾ ਨਹੀਂ ਲਿਆ ਜਾਂ ਕਿਸੇ ਕਾਰਨ ਕਰਕੇ ਉਹਨੂੰ ਛੱਡਣ ਦੀ ਕੋਸ਼ਿਸ਼ ਕਰੇ, ਖਰਾਬ ਕਰਨ ਦੀ ਕੋਸ਼ਿਸ਼ ਕਰੇ। ਇਸ ਕਰਕੇ ਵਿਧਾਨ ਵਿੱਚ ਲਿਖਿਆ ਗਿਆ ਆ, ਉਹਦੇ ਵਿੱਚ ਲਿਖਿਆ ਵੀ ਐਡੇ ਦਾ ਕਾਗਜ਼ ਚਾਹੀਦਾ, ਇਹ ਜਾ ਕੇ ਬਕਾਇਦਾ ਲਿਖਤ ਹੋਏਗੀ, ਲਿਖਤ ਹੋ ਕੇ ਸਟਾਂਪ ਪੇਪਰ ਤੇ ਲਿਖਤ ਹੋਏਗੀ। ਉਹ ਫਿਰ ਇੱਕ ਦਿਨ ਰੱਖਿਆ ਜਾਏਗਾ, ਤਹਿਸੀਲਦਾਰ ਨਾਲ ਗੱਲ ਕਰਕੇ ਉੱਥੇ ਪੇਸ਼ ਹੋਏਗਾ। ਲੈਣ ਵਾਲੇ ਕਹਿਣਗੇ ਅਸੀਂ ਲੈਣ ਲਈ ਰਾਜੀ ਹਾਂ, ਦੇਣ ਵਾਲੇ ਕਹਿਣਗੇ ਅਸੀਂ ਬੱਚਾ ਦੇਣ ਲਈ ਰਾਜੀ ਹਾਂ, ਤੇ ਉਹਨਾਂ ਦੇ ਸਾਹਮਣੇ ਲੈਣ ਦੇਣ ਹੋਵੇਗਾ। ਅੱਜ ਕੱਲ੍ਹ ਤਾਂ ਅੱਗੇ ਤਾਂ ਨਹੀਂ, ਅੱਜ ਕੱਲ੍ਹ ਫੋਟੋਗ੍ਰਾਫੀ ਹੁੰਦੀ ਹੈ, ਸਾਰੇ ਸਬੂਤ ਇਕੱਠੇ ਕੀਤੇ ਜਾਂਦੇ ਆ ਤਾਂ ਕਿ ਬੱਚਾ ਜਿਹੜਾ ਮਾਈਨਰ ਹੈ ਇਸ ਵੇਲੇ ਉਹਦੇ ਨਾਲ ਕੋਈ ਧੋਖਾ ਨਾ ਹੋਵੇ। ਦੋਨਾਂ ਧਿਰਾਂ ਨੇ ਜਾਂ ਕਾਨੂੰਨ ਨੇ ਇਹ ਦਾ ਪ੍ਰੋਵੀਜ਼ਨ ਕੀਤਾ ਹੈ ਕਿ ਬੱਚਾ ਜਿਹੜਾ ਵੱਧ ਤੋਂ ਵੱਧ ਆ ਉਹ ਕਿੱਦਾਂ ਜਾਇਦਾਦ ਦਾ ਮਾਲਕ ਬਣ ਸਕਦਾ ਤੇ ਉਹਦੇ ਨਾਲ ਕੋਈ ਧੋਖਾ ਨਾ ਕੱਲ੍ਹ ਨੂੰ ਹੋਵੇ, ਇਦਾਂ ਦੇ ਪ੍ਰਬੰਧ ਕੀਤੇ। ਇਹਦੇ ਨਾਲ ਇੱਕ ਹੋਰ ਸਵਾਲ ਸ਼ੁਗਲੀ ਜੀ ਇਹ ਉੱਠਦਾ ਕਿ ਇਹ ਤਾਂ ਸਥਿਤੀ ਤੁਸੀਂ ਉਹ ਸਪਸ਼ਟ ਕਰਤੀ ਕਿ ਜੇ ਕਿਸੇ ਮਾਂ ਬਾਪ ਨੇ ਬੱਚਾ ਆਪਣਾ ਗੋਦ ਦੇਣਾ। ਹੁਣ ਕਈ ਵਾਰੀ ਆਪਾਂ ਦੇਖਦੇ ਹਾਂ ਸਭਾ ਸੁਸਾਇਟੀਆਂ ਦੇ ਵਿੱਚ ਜਾਂ ਇਦਾਂ ਦੇ ਆਸ਼ਰਮ ਬਣੇ ਹੋ ਕਿਤੇ ਆਹ ਲੈਣਾ ਕੋਈ ਨਾਂ ਦਿੱਤਾ ਆ, ਕੋਈ ਬੱਚਾ ਪੈਦਾ ਹੁੰਦੇ ਸਾਰੀ ਉਹ ਪੰਘੂੜੇ ਦੇ ਵਿੱਚ ਉਹ ਰੱਖ ਜਾਂਦਾ, ਉੱਥੇ ਉਹ ਦੇ ਜਾਂਦਾ। ਉਹ ਬੱਚੇ ਦੇ ਮਾਂ-ਬਾਪ ਦਾ ਨਹੀਂ ਪਤਾ ਉਹ ਕੌਣ ਹੈ। ਉਹ ਇੱਕ ਸੰਸਥਾ ਜਿਹੜੀ ਆ ਉਹ ਬੱਚਾ ਉਹਨੂੰ ਸਾਂਭਦੀ ਹੈ। ਉਹਦੇ ਕੋਲੋਂ ਜੇ ਬੱਚਾ ਗੋਦ ਲੈਣਾ ਹੋਵੇ ਤੇ ਉਹਦੀ ਪ੍ਰਕਿਰਿਆ ਕੀ, ਉਹਦਾ ਪ੍ਰੋਸੈਸ ਕੀ ਹੈ? ਦੇਖੋ ਜੀ ਵੀ ਹੁਣ ਕਈ ਸੰਸਥਾਵਾਂ ਐਸੀਆਂ ਬਣੀਆਂ ਆ ਜਿਹੜੀਆਂ ਫੰਡ ਇਕੱਠੇ ਕਰਕੇ ਮਤਲਬ ਸਰਕਾਰ ਤੋਂ ਫੰਡ ਵੀ ਲੈਂਦੇ, ਜਨਤਾ ਤੋਂ ਫੰਡ ਵੀ ਇਕੱਠੇ ਕਰਦੇ ਆ। ਜਿਹੜੇ ਐਨਜੀਓ ਵਗੈਰਾ ਆ ਉਹਨੇ ਇੱਕ ਸੰਸਥਾ ਬਣਾਈ ਆ ਕਿ ਜਿਹੜੇ ਬੱਚਿਆਂ ਨੂੰ ਕੋਈ ਨਹੀਂ ਰੱਖਦਾ ਘਰ ਦੇ ਵਿੱਚ ਜਾਂ ਛੋਟੇ ਬੱਚੇ ਆ ਜਾਂ ਕਿਸੇ ਕਾਰਨ ਕਰਕੇ ਅੱਜ ਕੱਲ੍ਹ ਭੂੜੇ ਬਣੇ ਆ ਤੇ ਜਿਹੜੀ ਬੱਚਾ ਨਹੀਂ ਰੱਖਣਾ ਉਹ ਬੱਚੇ 'ਚ ਰੱਖ ਦਿਓ, ਜਾਂ ਕੋਈ ਬੰਦਾ ਮਾੜੇ ਕੰਮ ਜਾਂ ਕੋਈ ਕਿਸੇ ਕਰਕੇ ਬੱਚਾ ਤੁਹਾਨੂੰ ਨਹੀਂ ਚਾਹੀਦਾ ਆਰਥਿਕ ਤੰਗੀ ਕਰਕੇ ਵੀ ਆ ਕਿ ਤੁਸੀਂ ਇੱਕ ਪੰਘੂੜੇ ਦੇ ਵਿੱਚ ਪਾ ਦਿਓ। ਉਹ ਬੱਚਾ ਰੱਖ ਜਾਂਦੇ ਆ, ਦੱਸਦੇ ਨੇ ਵੀ ਕਿਹਦਾ ਬੱਚਾ ਆ, ਉਹ ਚੱਕ ਲੈਂਦੇ, ਉਹ ਬੱਚੇ ਨੂੰ ਪਾਲਦੇ ਆ। ਉਹ ਬੱਚੇ ਜਿਹੜੇ ਮਾਂ ਪਿਓ ਨਾਲੋਂ ਜ਼ਿਆਦਾ ਪਾਲਦੇ ਆ ਅਸਲੀ ਮਾਂ-ਬਾਪ ਨਾਲੋਂ, ਕਿਉਂਕਿ ਉਹ ਆਮ ਕਰਕੇ ਗਰੀਬ ਘਰਾਂ ਦੇ ਹੁੰਦੇ ਆ। ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਪਾਲਦੇ ਆ, ਉਹਨਾਂ ਨੂੰ ਪੜ੍ਹਾਈ ਦਿੰਦੇ ਆ। ਜਦੋਂ ਕਿਸੇ ਨੂੰ ਬੱਚਾ ਉਹਨਾਂ ਤੋਂ ਕੋਈ ਮੰਗਦਾ ਦਰਖਾਸਤ ਦਿੰਦਾ ਵੀ ਸਾਨੂੰ ਆਹ ਲੜਕਾ ਜਾਂ ਇੱਕ ਲੜਕਾ ਚਾਹੀਦਾ ਤੇ ਉਹ ਦੇਣ ਲੱਗੇ ਅਸਲੀ ਮਾਂ-ਬਾਪ ਤੋਂ ਵੀ ਜ਼ਿਆਦਾ ਤਹਿਕੀਕਾਤ ਕਰਦੇ ਆ ਕਿ ਤੁਹਾਡੀ ਮਾਇਕ ਹਾਲਤ ਕੀ ਆ, ਤੁਹਾਡੇ ਕੋਲ ਘਰ ਹੈਗਾ ਕਿ ਨਹੀਂ, ਤੁਹਾਡੀ ਆਮਦਨ ਦੇ ਸਾਧਨ ਕੀ ਆ, ਬੱਚਾ ਲੈ ਕੇ ਤੁਸੀਂ ਚੰਗੀ ਤਰ੍ਹਾਂ ਪਾਲ ਸਕਦੇ ਆ ਕਿ ਨਹੀਂ ਪਾਲ ਸਕਦੇ। ਇਹ ਸਾਰੀਆਂ ਜਦੋਂ ਉਹਨਾਂ ਨੂੰ ਉਸ ਸੰਸਥਾ ਨੂੰ ਯਕੀਨ ਹੋ ਜਾਂਦਾ
ਤਾਂ ਫਿਰ ਉਹ ਇੱਕ ਦਿਨ ਜਾ ਕੇ ਜਿੱਦਾਂ ਬਾਕੀ ਲਿਖਤ ਹੁੰਦੀ ਆ ਕਿਸੇ ਹੋਰ ਚੀਜ਼ ਮੁੱਲ ਲੈਣ ਦੀ, ਉਹਨਾਂ ਦੀ ਵੀ ਰਜਿਸਟ੍ਰੇਸ਼ਨ ਹੁੰਦੀ ਆ, ਉਹਨਾਂ ਦੀ ਵੀ ਇੱਕ ਜਿੱਦਾਂ ਕਹਿ ਲਓ ਰਜਿਸਟਰੀ ਹੁੰਦੀ ਆ, ਉਹ ਦਿੰਦੇ ਆ ਤੇ ਜਿਹੜੀ ਲੈਣਾ ਉਹ ਆਪਣੇ ਉੱਥੇ ਦਸਤਖਤ ਕਰਦੇ ਆ, ਗਵਾਹ ਦੇ ਦਸਤਖਤ ਹੁੰਦੇ ਆ। ਇਸ ਕਰਕੇ ਜਿਹੜੀ ਵੀ ਕਾਨੂੰਨ ਦੇ ਵਿੱਚ ਹੈ ਉਹ ਸਾਰੇ ਧਿਆਨ ਵਿੱਚ ਰੱਖ ਕੇ ਤਾਂ ਕਿ ਕੱਲ ਨੂੰ ਬੱਚੇ ਨਾ ਕਿਸ ਤਰ੍ਹਾਂ ਧੋਖਾ ਨਾ ਹੋਵੇ, ਬੱਚੇ ਦੇ ਫਿਊਚਰ ਸਿਕਿਉਰ ਕਰਨ ਲਈ ਇਹ ਸਾਰੀਆਂ ਗੱਲਾਂ ਰਹੀਆਂ। ਮਤਲਬ ਬੱਚੇ ਦੇ ਭਵਿੱਖ ਬਾਰੇ ਕਿ ਉਹਨੂੰ ਠੀਕ ਐਜੂਕੇਸ਼ਨ ਮਿਲੇ, ਹੋਰ ਸਾਰਾ ਕੁਝ ਕਰੇ। ਕਿ ਜਿਵੇਂ ਇੱਕ ਮਾਂ-ਬਾਪ ਇਹ ਚਿੰਤਾ ਕਰਦਾ ਕਿ ਜਿੰਨੇ ਮੇਰਾ ਬੱਚਾ ਗੋਦ ਲਿਆ ਉਹ ਮੇਰੇ ਬੱਚੇ ਦੀ ਠੀਕ ਢੰਗ ਨਾਲ ਦੇਖਭਾਲ ਕਰੇ, ਇਦਾਂ ਹੀ ਉਹ ਸੰਸਥਾਵਾਂ ਵੀ ਕਰਦੀਆਂ ਹੋਣਗੀਆਂ। ਬਿਲਕੁਲ ਠੀਕ ਹੈ ਸਭਾ ਕਿ ਉਹ ਅਸਲੀ ਮਾਂ-ਬਾਪ ਨਾਲੋਂ ਜ਼ਿਆਦਾ ਦੇਖਦੇ ਆ ਕਿ ਬਈ ਇਹ ਬੱਚਾ ਅਸੀਂ ਕਿਸੇ ਦਾ ਲਿਆਂਦਾ, ਇਹਨੂੰ ਵੀ ਅਸੀਂ ਵੀ ਪਾਲਿਆ। ਜਦ ਹੁਣ ਇਹਦੇ ਬੱਚੇ ਦੀ ਫਿਊਚਰ ਦੀ ਗੱਲ ਹੈ ਤਾਂ ਅਸੀਂ ਉਹਨਾਂ ਹੱਥਾਂ 'ਚ ਦਈਏ ਜਿੱਥੇ ਜ਼ਿਆਦਾ ਸੁਰੱਖਿਅਤ ਹੋਵੇ, ਕੋਈ ਜਾ ਕੇ ਇਹਨਾਂ ਤੋਂ ਲੇਬਰ ਨਾ ਕਰਾਵੇ। ਪਹਿਲਾਂ ਇਹ ਬੱਚਾ ਜਿੰਨੀ ਦੀ ਉਮਰ ਆ ਜਾਂ ਜਿੱਦਾਂ ਲਿਖਿਆ ਵੀ 14 ਸਾਲ ਦਾ ਬੱਚੇ ਨੂੰ ਹੱਦ ਤੱਕ ਪੜ੍ਹਨਾ ਜਾਂ ਪੜਾਉਣਾ ਚਾਹੀਦਾ, ਉਹਨੂੰ ਆਪਣੇ ਮਾੜੇ ਚੰਗੇ ਦਾ ਨਹੀਂ ਹੁੰਦਾ। ਕੰਪਲਸਰੀ ਐਜੂਕੇਸ਼ਨ ਆ, ਉਹ ਦੋਂਦਾ ਕਿ ਨਹੀਂ, ਜਾਂ ਇਹ ਤਾਂ ਨਾ ਹੋਵੇ ਤੇ 7-8 ਸਾਲ ਤੋਂ ਬਾਅਦ ਉਹਨੂੰ ਕਿਤੇ ਚਾਈਲਡ ਲੇਬਰ ਕਰਦਾ ਹੋਵੇ ਜਾਂ ਕੰਮ ਤੇ ਲਾ ਦਿੱਤਾ ਜਾਵੇ, ਮੰਗਣ ਲਾ ਦੇਣ। ਇਦਾਂ ਦੀ ਤਸੱਲੀ ਕਰਦੇ ਆ ਤੇ ਜਦੋਂ ਬੱਚਾ ਦੇ ਵੀ ਦਿੰਦੇ ਆ ਫਿਰ ਵੀ ਬਿਨਾਂ ਦੱਸਿਓ ਬਾਰ-ਬਾਰ ਜਾ ਕੇ ਉਹ ਚੈੱਕ ਵੀ ਕਰਦੇ ਆ, ਰਿਪੋਰਟ ਵੀ ਮੰਗਾਉਂਦੇ ਆ ਵੀ ਜੋ ਬੱਚਾ ਸਾਡੇ ਕੋਲੋਂ ਗਿਆ ਉਹ ਠੀਕ ਹੈ ਕਿ ਨਹੀਂ। ਹੁਣ ਅਗਲਾ ਜਿਹੜਾ ਇਹਦੇ ਵਿੱਚ ਨੁਕਤਾ ਇਹ ਉੱਠਦਾ ਸ਼ੁਗਲੀ ਜੀ ਕਿ ਕਿੰਨੇ ਸਾਲ ਤੱਕ ਦੇ ਬੱਚੇ ਨੂੰ ਗੋਦ ਲਿਆ ਦਿੱਤਾ ਜਾ ਸਕਦਾ? ਦੇਖੋ ਜੀ ਕੋਈ ਹੱਦ ਹੈ? ਦੇਖੋ ਜੀ ਇਹਦੇ ਦੋ ਗੱਲਾਂ ਇਹਦੇ ਬਾਰੇ ਵੀ ਜੋ ਸਾਡੇ ਵਿਧਾਨ ਵਿੱਚ ਲਿਖਿਆ ਆ, ਜਿਹੜਾ ਅਡਾਪਸ਼ਨ ਐਕਟ ਆ, ਉਹਦੇ ਵਿੱਚ ਅਸੀਂ 14 ਸਾਲ ਤੱਕ ਬੱਚਾ ਦੇ ਸਕਦੇ। ਅੱਛਾ, ਹੁਣ ਬੱਚੇ ਜਿਹੜੀ ਤੁਹਾਨੂੰ ਇੱਕ ਹੋਰ ਤੁਹਾਡੀ ਗੱਲ 'ਚ ਵਾਧਾ ਕਰਾਂ ਕਿ ਸਾਰੇ ਬੱਚੇ ਇਸ ਕਰਕੇ ਨਹੀਂ ਵੀ ਜਾਇਦਾਦ ਦੇ ਮਾਲਕ ਬਣਾਉਣੇ ਤੇ ਲੈ ਜਾਂਦੇ ਆ। ਜਦੋਂ ਤੋਂ ਲੋਕ ਬਾਹਰ ਜਾਣ ਲੱਗ ਪਏ, ਪ੍ਰਵਾਸੀ ਹੋ ਗਏ ਤੇ ਉਹ ਰਿਸ਼ਤੇਦਾਰਾਂ ਨੂੰ ਕਹਿੰਦੇ ਆ ਕਿ ਸਾਡਾ ਕੋਈ ਬੱਚਾ ਨਿਭਾ ਦਿਓ, ਤਾਂ ਉਹ ਜੇ ਉਹਦੇ ਕੋਲ ਬੱਚਾ ਹੈ ਨਹੀਂ ਉਹਨੂੰ ਗੋਦ ਦੇ ਦਿੰਦੇ, ਉਹਨਾਂ ਦਾ ਬੱਚਾ ਲੰਘ ਜਾਂਦਾ। ਜਾਂ ਉਹਨਾਂ ਦੀ ਲੜਕੀ ਉਹ ਗੋਦ ਲੈ ਲੈਂਦੇ ਆ, ਜਿਹੜੀ ਨੇੜੇ ਦਾ ਰਿਸ਼ਤੇਦਾਰ ਲੜਕੀ ਨੂੰ, ਲੜਕੀ ਵੱਡੀ ਹੋ ਕੇ ਉਹਨਾਂ ਨੇ ਅਪਲਾਈ ਕਰ ਦਿੰਦੇ ਆ, ਜਾਂ ਬੱਚੀ ਦਾ ਜਾਂ ਬੱਚੇ ਦੇ ਫਿਊਚਰ ਵਾਸਤੇ ਉਹ ਉਹਨਾਂ ਨੂੰ ਗੋਦ ਲਿਆ ਜਾਂਦਾ ਤਾਂ ਕਿ ਬਾਹਰ ਚਲ ਜਾਣ। ਅਸੀਂ ਤਾਂ ਗਰੀਬ ਆ, ਇਹਨਾਂ ਦੀ ਜ਼ਿੰਦਗੀ ਬਣ ਜਾਵੇ। ਇਸ ਕਰਕੇ ਇਹ ਜਿਹੜਾ ਬੱਚਿਆਂ ਨੂੰ ਗੋਦ ਲੈਣ ਦਾ ਰਿਵਾਜ ਹੈ ਪੰਜਾਬ ਦੇ ਵਿੱਚ ਉਦੋਂ ਤੋਂ ਜ਼ਿਆਦਾ ਹੋਇਆ ਜਦੋਂ ਤੋਂ ਅਸੀਂ ਪ੍ਰਵਾਸ ਕਰਨ ਲੱਗ ਪਏ, ਬਾਹਰ ਜਾਣ ਲੱਗ ਪਏ ਆ, ਬਾਹਰ ਜਾ ਕੇ ਰਹਿਣ ਲੱਗ ਪਏ ਆ। ਸਾਡੇ ਲੋਕ ਬਾਹਰ ਜਾਂਦੇ ਵੱਖ-ਵੱਖ ਦੇਸ਼ਾਂ ਵਿੱਚ, ਉਹ ਕਿੰਨੇ ਸਾਲ ਦਾ ਲੈ ਸਕਦੇ ਆ, ਉਹ ਉਹਨਾਂ ਦੇਸ਼ਾਂ 'ਚ ਵੀ ਕਈਆਂ 'ਚ ਵੀ ਤੁਸੀਂ 8 ਸਾਲ ਤੋਂ ਬੱਚਾ ਵਾਧੂ ਨਹੀਂ ਲਿਆ ਸਕਦੇ, ਜਾਂ 10 ਸਾਲ ਤੋਂ ਵੱਡਾ ਨਹੀਂ ਹੋਣਾ ਚਾਹੀਦਾ, ਜਾਂ 6 ਸਾਲ ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਪਰ ਸਾਡਾ ਕਾਨੂੰਨ ਇਹ ਕਹਿੰਦਾ ਵੀ 14 ਸਾਲ ਦੀ ਉਮਰ ਤੱਕ ਅਸੀਂ ਬੱਚਾ ਦੇ ਸਕਦੇ ਹਾਂ। ਬੱਚਾ ਲੈਣਾ ਕਿਹਨੇ ਆ ਜਾਂ ਜਿਸ ਦੇਸ਼ ਵਿੱਚ ਜਾਣਾ, ਜੇ ਉਹਨਾਂ ਦੀ ਕੋਈ ਸ਼ਰਤ ਨਹੀਂ ਕਰਦੀ, ਇਹ ਉਹ ਨਹੀਂ ਸੋਚਣਾ ਕਿ ਵੀ ਅਸੀਂ ਘੱਟ ਉਮਰ ਦਾ ਬੱਚਾ ਲੈਣਾ ਤੇ ਉਸ ਦੇ ਨਾਲ ਤਾਂ ਇਹ ਗੱਲ ਕੀਤੀ ਹੈ। ਮੈਨੂੰ ਯਾਦ ਆ ਸ਼ੁਗਲੀ ਜੀ ਕਿ 20ਵੀਂ ਸਦੀ ਦੇ 6ਵੇਂ ਦਹਾਕੇ ਦੇ ਵਿੱਚ ਜਦੋਂ ਆਪਣੇ ਪੜ੍ਹੇ ਲਿਖੇ ਲੋਕ ਉੱਧਰ ਜਾਣਾ ਸ਼ੁਰੂ ਹੋਏ, ਉਦੋਂ ਤੋਂ ਇਹ ਜਿਹੜਾ ਅਡਾਪਸ਼ਨ ਵਾਲਾ ਆ ਇਹ ਸ਼ੁਰੂ ਹੋ ਗਿਆ ਸੀ। ਹੁਣ ਤੁਸੀਂ ਇੱਕ ਹੋਰ ਬੜੀ ਇਹਦੇ 'ਚ ਅਹਿਮ ਗੱਲ ਕਹੀ ਆ ਕਿ ਜੇ ਫਰਜ਼ ਕਰ ਲਓ ਕਿ ਕਿਸੇ ਮਾਂ-ਬਾਪ ਨੇ ਆਪਣੀ ਲੜਕੀ ਨੂੰ ਅਡਾਪਟ ਕਰਵਾ ਦਿੱਤਾ, ਉਹ ਲੜਕੀ ਦੇ ਚਾਚੇ ਨੇ, ਮਾਮੇ ਨੇ, ਮਾਸੜ ਨੇ, ਫੁੱਫੜ ਨੇ ਅਡਾਪਟ ਕਰ ਲਈ, ਕੀ ਉਹ ਬਾਹਰ ਜਾ ਕੇ ਕੈਨੇਡਾ, ਇੰਗਲੈਂਡ, ਅਮਰੀਕਾ ਜਾ ਕੇ ਉਹ ਆਪਣੇ ਅਸਲੀ ਮਾਂ-ਬਾਪ ਨੂੰ ਉਹ ਮਾਂ-ਬਾਪ ਦੇ ਤੌਰ ਤੇ ਉੱਥੇ ਡਿਪੈਂਡੈਂਟ ਦੇ ਤੌਰ ਤੇ ਸੱਦ ਸਕਦੀ ਆ ਕਿ ਨਹੀਂ? ਦੇਖੋ ਜੀ ਇਹ ਇੱਕ ਭੁਲੇਖਾ ਵੀ ਸਾਡੇ ਦਰਸ਼ਕਾਂ ਦਾ ਦੂਰ ਹੋਣਾ ਚਾਹੀਦਾ। ਇਹ ਵੀ ਇਹ ਗੱਲ ਹੈ ਵੀ ਇਹ ਵੀ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਕਾਨੂੰਨ ਆ। ਕੋਈ ਇਹ ਕਹਿੰਦੇ ਆ ਵੀ ਜੇ ਤੁਸੀਂ ਇੰਨਾ ਟੈਕਸ ਤਾਰਿਆ ਆ ਤਾਂ ਤੁਸੀਂ ਕਿਸੇ ਨੂੰ ਵੀ ਸਪਾਂਸਰ ਕਰ ਸਕਦੇ ਆ, ਪਰ ਉਹ ਇਹ ਵੀ ਕਹਿ ਸਕਦੇ ਆ ਕਿ ਵੀ ਮੈਂ ਗੋਦ ਲਈ ਹੋਈ ਆ, ਮੈਂ ਇਸ ਪਰਿਵਾਰ ਨਾਲ ਸੰਬੰਧ ਰੱਖਦੀ ਆ ਕਿਉਂਕਿ ਮੈਂ ਇਸ ਪਰਿਵਾਰ ਤੋਂ ਗੋਦ ਲਈ ਗਈ ਸੀ, ਹਨਾ, ਤੇ ਮੈਂ ਉਹਨਾਂ ਨੂੰ ਸੱਦਣਾ ਚਾਹੁੰਦੀ ਆ। ਕੋਈ ਕਾਨੂੰਨ ਦੱਸੇਗਾ ਕਿ ਉਹਨਾਂ ਟੈਕਸ ਜਾਂ ਉਸ ਕਾਨੂੰਨ ਦੀ ਉਲੰਘਣਾ ਨਾ ਹੋਵੇ ਤੇ ਉਹ ਸਾਰਿਆਂ ਨੂੰ ਅਪਲਾਈ ਕਰਦੇ ਆ। ਵੀਜ਼ਾ ਦੇਣਾ ਨਾ ਦੇਣਾ ਇਹ ਜਿਹੜੇ ਦੇਸ਼ 'ਚ ਰਹਿੰਦੇ ਆ ਉਹਨੇ ਉਸ ਕਾਨੂੰਨ ਨੇ ਦੇਖਣਾ ਵੀ ਇਹ ਕਿਸੇ ਗਲਤੀ ਨਾਲ ਨਾ। ਮਤਲਬ ਇਹਦਾ ਇਹ ਹੋ ਗਿਆ ਕਿ ਜਿਹੜੇ ਦੇਸ਼ ਦੇ ਵਿੱਚ ਬੱਚਾ ਗੋਦ ਲੈ ਕੇ ਉਹ ਜਾ ਰਹੇ ਆ, ਉਹਦਾ ਕਾਨੂੰਨ ਲਾਗੂ ਹੋਊਗਾ ਕਿ ਜੇ ਉਹ ਉਸ ਉਮਰ ਦੇ ਬੱਚੇ ਨੂੰ ਲੈ ਕੇ ਜਾ ਸਕਦੇ ਉਹ ਹੋ ਜਵੇ। ਨੰਬਰ 2 ਤੇ ਕਿ ਕੀ ਉਹ ਜਿਹੜੇ ਆਪਣੇ ਅਸਲ ਮਾਂ-ਬਾਪ ਆ, ਲੜਕਾ ਜਾਂ ਲੜਕੀ ਗੋਦ ਉੱਥੇ ਲੈਣ ਤੋਂ ਬਾਅਦ ਚਲੇ ਜਾਂਦੇ ਆ, ਉਹਨਾਂ ਨੂੰ ਉੱਥੇ ਸੱਦ ਸਕਦੇ ਆ ਕਿ ਨਹੀਂ? ਪਰ ਵੱਖਰੇ ਵੱਖਰੇ ਦੇਸ਼ਾਂ ਦੇ ਵੱਖਰੇ ਵੱਖਰੇ ਕਾਨੂੰਨ ਹੋਣਗੇ।
ਕਈ ਵਾਰੀ ਹੁੰਦਾ ਸ਼ੁਗਲੀ ਜੀ ਇਹ ਹੈ ਕਿ ਜਦੋਂ ਕੋਈ ਬੱਚਾ ਗੋਦ ਲੈ ਲੈਂਦਾ, ਉਹਨਾਂ ਬੱਚਾ ਗੋਦ ਲੈਣ ਵਾਲਾ ਪਰਿਵਾਰ ਤੇ ਬੱਚਾ ਗੋਦ ਦੇਣ ਵਾਲਾ ਪਰਿਵਾਰ, ਉਹਨਾਂ ਦੀ ਜਦੋਂ ਗੋਦ ਲਿਆ ਜਾਂਦਾ ਉਦੋਂ ਸਹਿਮਤੀ ਹੁੰਦੀ ਹੈ, ਪਰ ਫਿਰ ਕੁਝ ਦੇਰ ਬਾਅਦ ਆਪਸ ਦੇ ਵਿੱਚ ਅਣਬਣ ਹੋ ਜਾਂਦੀ ਆ, ਲੜਾਈ ਝਗੜਾ ਹੋ ਜਾਂਦਾ। ਕੀ ਇਹ ਜਿਹੜਾ ਅਡਾਪਸ਼ਨ ਆ ਇਹ ਕੈਂਸਲ ਵੀ ਹੋ ਸਕਦਾ ਕਿ ਨਹੀਂ? ਦੇਖੋ ਜੀ, ਇੱਥੇ ਬੜਾ ਕਲੀਅਰ ਲਾ ਇਹ ਆ ਵੀ ਹੈ ਤਾਂ ਅੰਗਰੇਜ਼ੀ ਦਾ ਫਿਕਰ ਆ, ਵਾਂਸ ਅਡਾਪਟਡ ਆਲਵੇਜ਼ ਅਡਾਪਟਡ। ਜਿਹੜਾ ਤੁਸੀਂ ਬੱਚਾ ਗੋਦ ਚ ਲੈ ਲਿਆ ਨਾ, ਉਹ ਸਦਾ ਲਈ ਤੁਹਾਡਾ, ਸਦਾ ਲਈ ਦਿੱਤਾ ਤੇ ਲੈਣ ਵਾਲੇ ਨੇ ਸਦਾ ਲਈ ਉਹ ਲੈ ਲਿਆ। ਉਸ ਬੱਚੇ ਨੂੰ ਕੈਂਸਲ ਨਹੀਂ ਹੋਣਾ, ਕਿਉਂਕਿ ਫਿਰ ਇੱਕ ਆਪਾਂ ਗੱਲ ਸਮਝੀਏ ਵੀ ਜਿਹੜਾ ਬੱਚਾ ਡੁਬਲ ਗਿਆ, ਜੇ ਤੁਹਾਡਾ ਅਸਲੀ ਮਾਂ-ਬਾਪ ਕੋਲ ਆ ਜਾਂ ਜਿਹੜੀ ਉਹਨੂੰ ਆਪਣੇ ਗੋਦ ਚ ਲਿਆ ਉਹਨਾਂ ਨੇ, ਉਹ ਜਦ ਤੱਕ ਬਾਲਗ ਨਹੀਂ ਹੁੰਦਾ ਉਹਦੀ ਸਾਰੀ ਪਰਵਰਿਸ਼, ਉਹਦਾ ਸਾਰਾ ਚੰਗਾ ਬਾਰੇ ਸੋਚਣਾ ਉਹਨਾਂ ਦੋਨਾਂ ਪਰਿਵਾਰਾਂ ਦਾ ਹੁੰਦਾ। ਜਿੱਦੇ ਦੇਰ ਤੱਕ ਦਿੰਦੇ ਨਹੀਂ ਤਾਂ ਦੇਣ ਵਾਲੇ ਪਰਿਵਾਰ ਦੇ ਜ਼ਿੰਮੇ ਹੁੰਦਾ, ਜਦੋਂ ਬੱਚਾ ਦੇ ਦਿੰਦੇ ਗੋਦ ਚ ਪਰਿਵਾਰ ਚ ਹੁੰਦਾ। ਜਦੋਂ ਤੱਕ ਮਾਈਨਰ ਆ ਉਹਦਾ ਜਿਹੜਾ ਚੰਗਾ ਭਲਾ ਆ, ਉਹਦੇ ਚੰਗੇ ਵਾਸਤੇ ਉਹਨਾਂ ਪਰਿਵਾਰ ਨੇ ਹੀ ਸੋਚਣਾ ਆ ਵੀ ਅਸੀਂ ਬੱਚਾ ਲਿਆ ਆ, ਕੋਈ ਇਹ ਤੋਂ ਗਲਤ ਕੰਮ ਨਹੀਂ ਕਰਾਉਣਾ, ਇਹ ਨਹੀਂ ਵੀ ਇਹਨੂੰ ਘੱਟ ਪੜਾਉਣਾ, ਮੈਂ ਜਾਣੀ ਉਹਨੂੰ ਆਪਣੀ ਬਿਲਕੁਲ ਸੱਚੀ ਆਪਣੀ ਪੁੱਤਰਾ ਵਾਂਗ ਉਹਨਾਂ ਪਿਆਰ ਕਰਨਾ। ਮੈਂ ਤੁਹਾਡੇ ਕੋਲੋਂ ਨਾ ਕਾਨੂੰਨੀ ਨੁਕਤਾ ਸ਼ੁਗਲੀ ਜੀ ਜਾਣਨਾ ਚਾਹੁੰਦਾ ਸੀ ਕਿ ਕੀ ਕਾਨੂੰਨ ਦੇ ਵਿੱਚ ਇਹ ਅਡਾਪਸ਼ਨ ਨੂੰ ਕੈਂਸਲ ਕਰਨ ਦੀ ਪ੍ਰੋਵੀਜ਼ਨ ਹੈ ਕਿ ਨਹੀਂ? ਇਹਦਾ ਜਵਾਬ ਹੈ ਵੀ ਨਹੀਂ। ਜਿਹੜਾ ਬੱਚਾ ਇੱਕ ਵਾਰੀ ਗੋਦ ਚ ਦੇਤਾ ਜਾਂ ਲੈ ਲਿਆ, ਉਹ ਚਾਹੇ ਚੰਗਾ ਨਿਕਲੇ ਚਾਹੇ ਮਾੜਾ ਨਿਕਲੇ, ਚਾਹੇ ਉਹਨਾਂ ਪਰਿਵਾਰਾਂ ਦੀ ਆਪੋ ਵਿੱਚ ਬਣਦੀ ਹੋਵੇ ਨਾ ਬਣਦੀ ਹੋਵੇ, ਰਿਸ਼ਤੇਦਾਰੀ ਟੁੱਟਦੀ ਹੋਵੇ, ਟੁੱਟ ਜਾਂਦੇ ਹੋ, ਬੱਚਾ ਜਿਹੜਾ ਆ ਉਹ ਉਹਨਾਂ ਦੇ ਕੋਲ ਹੀ ਰਹਿਣਾ। ਇਹ ਨਹੀਂ ਵੀ ਬੱਚਾ ਤੁਸੀਂ 10 ਸਾਲ ਬਾਅਦ ਜਾਂ 5 ਸਾਲ ਬਾਅਦ ਉਹਨੂੰ ਕਹੋ ਵੀ ਮੈਂ ਨਹੀਂ ਰੱਖਣਾ, ਤੂੰ ਮੇਰੇ ਘਰੋਂ ਨਿਕਲ ਜਾ, ਜਾਂ ਬੱਚਾ ਉੱਥੇ ਕਿ ਮਾੜੇ ਸੰਗਤ ਚ ਪੈ ਜਾਂਦਾ, ਨਸ਼ਾ ਪਾਣੀ ਕਰਨ ਲੱਗ ਪੈਂਦਾ ਤੇ ਪਰਿਵਾਰ ਇਹ ਬਹਾਨਾ ਬਣਾ ਲਵੇ ਕਿ ਹੁਣ ਇਹ ਚੰਗਾ ਨਹੀਂ ਰਿਹਾ ਤੇ ਮੈਂ ਇਹਨੂੰ ਨਹੀਂ ਰੱਖਣਾ, ਇਸ ਕਰਕੇ ਮੈਂ ਡੀਡੇ ਦੀ ਕੈਂਸਲ ਕਰ ਦਿੰਦੇ ਆ। ਕੈਂਸਲ ਕਰਨ ਦੀ ਕੋਈ ਪ੍ਰੋਵੀਜ਼ਨ ਨਹੀਂ। ਉਹ ਤੁਹਾਡਾ ਉਦਾਂ ਦਾ ਬੱਚਾ ਆ ਜਿੱਦਾਂ ਤੁਹਾਨੂੰ ਜੰਮਿਆ ਹੁੰਦਾ, ਉਹਦੇ ਸਾਰੇ ਹੱਕ ਉਸ ਪਰਿਵਾਰ ਵਿੱਚ ਇਦਾਂ ਆ ਵੀ ਜਿੱਦਾਂ ਅਸੀਂ ਬੱਚੇ ਦੇ ਹੁੰਦੇ। ਆਪਾਂ ਹੁਣ ਹੱਕਾਂ ਦੀ ਗੱਲ ਕਰ ਰਹੇ ਹਾਂ, ਤੇ ਜਦੋਂ ਕੋਈ ਬੱਚਾ ਇੱਕ ਪਰਿਵਾਰ ਵਿੱਚੋਂ ਦੂਜੇ ਪਰਿਵਾਰ ਵਿੱਚ ਜਾਂਦਾ, ਜਿਹੜੇ ਪਰਿਵਾਰ ਦੇ ਵਿੱਚ ਬੱਚੇ ਨੇ ਜਨਮ ਲਿਆ ਆ, ਬਾਅਦ ਵਿੱਚ ਕਿਸੇ ਹੋਰ ਪਰਿਵਾਰ ਨੇ ਗੋਦ ਲੈ ਲਿਆ, ਜਿੱਥੇ ਉਹ ਬੱਚੇ ਨੇ ਜਨਮ ਲਿਆ ਆ ਉਹਦੀ ਜਿਹੜੀ ਪ੍ਰਾਪਰਟੀ ਹੈ, ਉਹਦੇ ਜਨਮ ਦੇਣ ਬਾਰੇ ਮਾਂ-ਬਾਪ ਦੀ ਪਰਿਵਾਰ ਦੀ, ਉਹਦੇ 'ਚ ਉਹਦਾ ਹੱਕ ਰਹਿੰਦਾ ਕਿ ਨਹੀਂ ਰਹਿੰਦਾ? ਕਿ ਕੀ ਜਿਹੜਾ ਗੋਦ ਲੈਣ ਵਾਲਾ ਪਰਿਵਾਰ ਆ ਉਹਦੇ ਪਰਿਵਾਰ ਵਿਚਲੀ ਪ੍ਰਾਪਰਟੀ ਤੇ ਕੀ ਹੱਕ ਰਹਿੰਦਾ? ਇਹਦੇ ਬਾਰੇ ਥੋੜਾ ਸਪਸ਼ਟ ਕਰੋ। ਦੇਖੋ ਜੀ ਵੀ ਇਹ ਕਾਨੂੰਨ ਬਣੇ ਇਸ ਕਰਕੇ ਤਾਂ ਆ ਕਿ ਜੇ ਜੇ ਪਰਿਵਾਰ ਵਿੱਚੋਂ ਜਾਣਾ, ਜੇ ਉੱਥੇ ਦੀ ਪ੍ਰਾਪਰਟੀ ਗਵਾ ਦੇਣੀ ਹੈ, ਗਵਾ ਦੇਣ ਦਾ ਮਤਲਬ ਨਹੀਂ ਮਿਲਣੀ, ਤੇ ਹੋ ਸਕਦਾ ਨਵੇਂ ਪਰਿਵਾਰ ਵਿੱਚ ਉਹਨੂੰ ਜੋ ਪਿੰਡ ਚੋਂ ਹਿਸਾਬ ਦਾ ਉਹ ਤੋਂ ਘੱਟ ਹੋਵੇ, ਤਾਂ ਉਹ ਫਿਰ ਉਹੀ ਗੱਲ ਆ ਗਈ ਬੱਚੇ ਦੇ ਫਿਊਚਰ ਬਾਰੇ ਸੋਚਣਾ। ਬੱਚੇ ਦਾ ਫਿਊਚਰ ਇਸ ਕਰਕੇ ਸੇਫ ਹੋਏਗਾ ਕਿ ਜੋ ਉਹਦਾ ਪਿਛਲਾ ਹੈ ਉਹ ਵੀ ਉਹਦਾ ਆ, ਤਾਂ ਜਿਹੜਾ ਜਿਸ ਘਰ 'ਚ ਜਾਣਾ ਜਿਹੜੀ ਉਹ ਜਾਇਦਾਦ ਉਹ ਵੀ ਉਹਨੂੰ ਮਿਲਣੀ ਆ। ਜਦੋਂ ਦੋ ਜਾਇਦਾਦਾਂ ਦਾ ਮਾਲਕ ਹੋਏਗਾ ਤਾਂ ਹੀ ਬੱਚੇ ਦਾ ਫਿਊਚਰ ਜ਼ਿਆਦਾ ਵਧੀਆ ਸੁਰੱਖਿਅਤ ਰਹਿ ਸਕਦਾ। ਹੁਣ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਦੋਨਾ, ਮੰਨ ਲਓ ਵੀ ਉਹਨੂੰ ਆਪਣੇ ਪੇਕਿਆਂ ਤੋਂ ਜਿਹੜੇ ਪਹਿਲੇ ਘਰ ਚੋਂ ਗਿਆ, ਉੱਥੇ ਉਹਨੂੰ 10 ਏਕੜ ਜ਼ਮੀਨ ਆਉਂਦੀ ਹੈ, ਜੇ ਲਿਆ ਰਿਸ਼ਤੇਦਾਰ ਨੇ ਉਹਦੇ ਕੋਲ 2 ਏਕੜ ਹੈ, ਤੇ ਇਹ ਕਦੀ ਵੀ ਨਹੀਂ ਹੋ ਸਕਦਾ ਵੀ 10 ਏਕੜ ਛੱਡ ਕੇ ਉਹ 2 ਏਕੜ ਦਾ ਮਾਲਕ ਬਣੇ। ਜੇ ਇਦਾਂ ਆਪਾਂ ਕਹੀਏ ਜਾਂ ਮਨਾਈਏ ਜਾਂ ਇਦਾਂ ਹੋਵੇ, ਇਹਦਾ ਮਤਲਬ ਹੈ ਅਸੀਂ ਬੱਚੇ ਦਾ ਫਿਊਚਰ ਨਹੀਂ ਦੇਖਿਆ। ਤਾਂ ਕਾਨੂੰਨ ਇਹ ਕਹਿੰਦਾ ਵੀ ਜਿੱਥੇ ਜੰਮਿਆ ਉਦੋਂ ਤੱਕ ਜਿੱਦਣ ਨੂੰ ਗੋਦ 'ਚ ਜਾਣਾ ਆ ਜਾਂ ਉਹਨੂੰ ਗੋਦ 'ਚ ਲੈ ਲੈਣਾ, ਉਦੋਂ ਤੱਕ ਉਸ ਪਰਿਵਾਰ ਦੇ ਵਿੱਚ ਜਿਹੜੇ ਉਹਦੇ ਹੱਕ ਬਣਦੇ, ਜਾਂ ਜਿੱਦਾਂ ਉਸ ਦਿਨ ਤੱਕ ਉਹ ਮੰਨ ਲਵੇ 8 ਸਾਲ ਦੀ ਉਮਰ ਵਿੱਚ ਉਹ ਗੋਦ 'ਚ ਲਿਆ ਜਾਂਦਾ, 8 ਸਾਲ ਤੱਕ ਜਿਹੜੀ ਉਹਦੀ ਜੋ ਹਿੱਸਾ ਉਹਦੀ ਜਾਇਦਾਦ 'ਚ ਬਣਦਾ ਸੀ, ਤੇ ਉਹ ਹੀ ਹਿੱਸਾ ਉਹਦਾ ਬਰਕਰਾਰ ਰਹੇਗਾ। ਉਹ ਜਦੋਂ ਮਰਜ਼ੀ ਉਹ ਲੈ ਸਕਦਾ ਆ। ਜਿਸ ਪਰਿਵਾਰ 'ਚ ਜਾਣਾ ਉਹਦੇ ਵਿੱਚ ਜੋ ਜਾਇਦਾਦ ਆ ਉਹ ਸਾਰੀ ਦਾ ਵੀ ਉਹ ਮਾਲਕ ਹੋਣਾ। ਦੋਨਾਂ ਜਾਇਦਾਦ ਜਾਣੀ ਇਹ ਨਹੀਂ ਕਿ ਜਿਹਨੂੰ ਭੁਲੇਖਾ ਵੀ ਚਲ ਗਿਆ। ਆਮ ਕਰਕੇ ਹੁੰਦਾ ਕੀ ਸੀ ਪਹਿਲਾਂ ਪਿੰਡਾਂ ਦੇ ਵਿੱਚ, ਇਹ ਅਸਲ ਦੇ ਵਿੱਚ ਇੱਕ ਕਾਨੂੰਨੀ ਪਹਿਲੂ ਆ। ਮੈਂ ਜਿਹੜੀ ਗੱਲ ਅਗਲੀ ਗੱਲ ਤੁਹਾਡੇ ਨਾਲ ਕਰਨੀ ਆ ਕਿ ਇਹਦਾ ਇੱਕ ਸਮਾਜਿਕ ਪਹਿਲੂ ਵੀ ਆ ਕਿ ਫਰਜ਼ ਕਰ ਲਓ ਕਿ ਜਿਹੜਾ ਬੱਚਾ ਗੋਦ ਲਿਆ ਜਾ ਰਿਹਾ ਉਹ 4 ਭਰਾ ਆ, ਜਿੱਥੇ ਉਹ ਜਾ ਰਿਹਾ ਜਿੰਨੀ ਉਹਦੇ ਚੌਥੇ ਹਿੱਸੇ 'ਚ ਜ਼ਮੀਨ ਆ ਰਹੀ ਹੈ ਉਹਨੂੰ ਦੁੱਗਣੀ ਕੁ ਜ਼ਮੀਨ ਉੱਥੇ ਮਿਲ ਰਹੀ ਆ। ਤੇ ਬਹੁਤੀ ਵਾਰੀ ਪ੍ਰੈਕਟਿਸ ਇਹ ਸੀਗੀ
ਕਿ ਉਹ ਭਰਾ ਜਿਹੜੇ 3 ਵਾਪਸ ਉੱਥੇ ਰਹਿ ਗਏ ਉਸ ਘਰ ਦੇ ਵਿੱਚ ਸਹਿਮਤੀ ਨਾਲ ਇਦਾਂ ਜ਼ਮੀਨ ਵੰਡ ਲੈਂਦੇ ਸੀਗੇ। ਇਹ ਇਦਾਂ ਦੇ ਬਹੁਤ ਹੀ ਪ੍ਰਚਲਿਤ ਰਹੀ ਆ ਗੱਲ, ਇਹਦੇ ਬਾਰੇ ਤੁਹਾਡਾ ਕਿਵੇਂ? ਦੇਖੋ ਜੀ, ਜਦ ਤੱਕ ਉਹ ਮੇਜਰ ਨਹੀਂ ਹੁੰਦਾ ਉਹ ਸਹਿਮਤੀ ਦਾ ਦੇ ਨਹੀਂ ਸਕਦਾ। ਹਾਂ, ਪਰ ਵੀ ਜਦੋਂ ਆਪਾਂ ਸਮਝਦੇ ਵੀ 15 ਸਾਲ ਦਾ, 16 ਸਾਲ ਦਾ, 17 ਜਾਂ 18 ਦਾ ਪਰਿਵਾਰ ਵਿੱਚ ਗੱਲ ਹੁੰਦੀ ਆ ਤੇ ਉਹ ਗੱਲ ਸਮਝਾ ਦਿੱਤੀ ਜਾਂਦੀ ਆ ਵੀ ਬੇਟਾ ਜਿੱਥੇ ਤੂੰ ਹੈ ਤੂੰ ਚੰਗਾ ਆ, ਜੇ ਤੂੰ ਕਵੇਂ ਜਾਂ ਤੇਰੀ ਮਰਜ਼ੀ ਹੋਵੇ ਤੇ ਅਸੀਂ ਭਰਾਵਾਂ ਨੂੰ ਦੇ ਦਈਏ। ਜਾਂ ਜਦੋਂ ਵੱਡਾ ਹੁੰਦਾ ਕੰਸੈਂਟ ਦੇ ਸਕਦਾ ਉਦੋਂ ਕਿਹਾ ਜਾਂਦਾ ਉਹ ਤੋਂ ਰਜਿਸਟਰੀ ਕਰਾ ਲਈ ਜਾਂਦੀ ਹੈ, ਬਾਕੀ ਭਰਾਵਾਂ ਦੇ ਨਾਂ ਜਾਂ ਬਾਪ ਦੇ ਨਾਂ ਜਾਂ ਹੋਰ ਕਿਸੇ ਦੇ ਨਾਂ ਕਰਾ ਲਈ ਜਾਂਦੀ ਆ। ਉਹ ਫਿਰ ਕੰਸੈਂਟ ਦੇ ਸਕਦਾ, ਉਹ ਚਾਹੇ ਤਾਂ ਕੋਈ ਜਿੱਥੇ ਜਿਸ ਘਰ ਆ ਉੱਥੇ ਦੀ ਵੀ ਵੇਚ ਸਕਦਾ। ਮੇਜਰ ਹੋਣ ਤੇ ਵੀ ਕੋਈ ਆਪਾਂ ਸ਼ਰਤ ਨਹੀਂ ਲਾ ਸਕਦੇ ਵੀ ਤੂੰ ਆਹ ਵੇਚਣੀ ਹੈ ਤੇ ਆ ਨਹੀਂ ਵੇਚਣੀ। ਪਹਿਲਾਂ ਆਪਣੀ ਪ੍ਰੈਕਟਿਸ ਹੁੰਦਾ ਇਹ ਸੀ ਵੀ ਜਿਹੜਾ ਆਪਾਂ ਬੱਚਾ ਦੇ ਦਿੰਦੇ ਸੀ ਉਹਦੀ ਪ੍ਰਾਪਰਟੀ ਬਾਕੀ ਜਿਹੜੀ ਆ ਸਾਰੇ ਪਰਿਵਾਰ ਵਿੱਚ ਵੰਡ ਦਿੰਦੇ ਜਾਂਦੇ। ਉਹ ਬੱਚਾ ਜਿਹੜਾ ਸੀ ਉਹ ਉੱਤੇ ਇਤਰਾਜ਼ ਨਹੀਂ ਕਰਦਾ ਸੀ, ਪਰ ਅਗਰ ਉਹ ਇਤਰਾਜ਼ ਕਰੇ ਜਾਂ ਹੁਣ ਵੀ ਕਰੇ ਤਾਂ ਉਹ ਆਪਣਾ ਹਿੱਸਾ ਜਿਹੜਾ ਪਹਿਲਾਂ ਉਹਦੇ ਪਰਿਵਾਰ 'ਚ ਬਣਦਾ ਉਹ ਕਾਨੂੰਨੀ ਲੜਾਈ ਲੜ ਕੇ ਲੈ ਸਕਦਾ। ਕਾਨੂੰਨੀ ਦਾ ਤਾਂ ਜਿਵੇਂ ਮੇਰੇ ਆਪਣੇ ਪਿੰਡ ਦੇ ਵਿੱਚ ਇੱਕ ਅੱਧਾ ਇਦਾਂ ਦਾ ਕੇਸ ਸੀਗਾ ਕਿ ਉਹ ਸਾਡਾ ਇੱਕ ਮਿੱਤਰ ਸੀ, ਉਹਨੂੰ ਭੂਆ ਨੇ ਅਡਾਪਟ ਕਰ ਲਿਆ ਤੇ ਉਹ ਚੁੱਪ ਚਪੀਤੇ ਜਿਹੜਾ ਉਹਦੇ ਮਾਂ-ਬਾਪ ਮਰੇ, ਜਿਹੜੇ ਬਾਕੀ ਉਹਦੇ 3 ਭਰਾ ਪਿੰਡ ਰਹਿੰਦੇ ਸੀਗੇ ਉਹ ਤਿੰਨਾਂ ਨੇ ਆਪਣੀ ਜ਼ਮੀਨ ਵੰਡ ਲਈ। ਉਹਨੇ ਆਪਣੀ ਭੂਆ ਦੇ ਪਿੰਡੋਂ ਜਾ ਕੇ ਜ਼ਮੀਨ ਲੈ ਲਈ। ਇਹ ਸਮਾਜਿਕ ਪਹਿਲੂ ਇਹ ਸੀਗਾ, ਪਰ ਕਾਨੂੰਨੀ ਪਹਿਲੂ ਇਹ ਕਹਿੰਦਾ ਕਿ ਉਹ ਲੈ ਸਕਦਾ ਸੀ। ਹਾਂਜੀ, ਕਿਉਂਕਿ ਉਹ ਲੜ ਤਾਂ ਹੀ ਸਕਦਾ, ਉਹਦਾ ਹੱਕ ਤਾਂ ਉਹਦਾ ਜਦੋਂ ਪਹਿਲੇ ਪਰਿਵਾਰ ਚੋਂ ਜੰਮਿਆ ਤਾਂ ਜਿੰਨੀ ਪ੍ਰਾਪਰਟੀ ਜੱਦੀ ਆ ਉਹ ਉਹਦਾ ਹੱਕ ਬਣ ਗਿਆ। ਜੇ ਉਹ ਕੋਈ ਉਹਨੂੰ ਖੁਦ ਕਰਦਾ ਉਹਦੀ ਮਰਜ਼ੀ ਤੋਂ ਬਗੈਰ, ਜਾਂ ਜਦੋਂ ਤੱਕ ਉਹ ਨਾਬਾਲਗ ਹੁੰਦਾ, ਜਦੋਂ ਬਾਲਗ ਹੁੰਦਾ, ਜਦੋਂ ਉਹਨੂੰ ਪਤਾ ਲੱਗਦਾ ਕਿ ਆਹ ਮੇਰੀ ਪ੍ਰਾਪਰਟੀ ਖੁਦ ਕਰ ਦਿੱਤੀ ਆ, ਮੈਂ ਵਾਪਸ ਲੈਣਾ ਚਾਹੁੰਦਾ, ਉਹ ਕੇਸ ਕਰਕੇ ਸਾਬਤ ਕਰੇ। ਹਾਂਜੀ, ਸਾਬਤ ਕਰਨ ਤੋਂ ਬਾਅਦ ਉਹ ਹਿੱਸਾ ਜਿਹੜਾ ਉਹ ਆਪਣਾ ਲੈ ਸਕਦਾ। ਅੱਛਾ, ਹੁਣ ਇੱਕ ਹੋਰ ਇਹ ਆ ਕਿ ਇਹ ਸਮਾਜ ਵਿੱਚ ਅੰਦਾਜ਼ਾ ਹੈ ਕਿ ਕਿੰਨੇ ਕੁ ਪ੍ਰਤੀਸ਼ਤ ਅਡਾਪਸ਼ਨ ਹੁੰਦੀ ਹੈ, ਜਾਂ ਘਟਦੀ ਵੱਧਦੀ ਰਹਿੰਦੀ ਆ, ਜਾਂ ਵਧਣ ਦੇ ਕਾਰਨ ਕੀ ਆ, ਘਟਣ ਦੇ ਕਾਰਨ ਕੀ? ਕੁਝ ਇਹਦਾ ਪੂਰਾ ਤੇ ਮੈਂ ਨਹੀਂ ਦੱਸ ਸਕਦਾ, ਨਹੀਂ ਅੰਦਾਜ਼ਾ। ਤੇ ਬਾਕੀ ਇਹ ਆ ਵੀ ਜੋ ਅਸੀਂ ਦੇਖਿਆ, ਜਿੱਦਾਂ ਸਾਡੇ ਵੀ ਹੁਣ ਇੰਨਾ ਚਿਰ ਪ੍ਰੈਕਟਿਸ ਕਰਦਿਆਂ ਨੂੰ ਹੋ ਗਿਆ ਕਿ ਪਹਿਲੇ ਸਾਲਾਂ ਨਾਲੋਂ ਦਿਨੋਂ ਦਿਨ ਇਹ ਚੀਜ਼ ਵੱਧ ਰਹੀ ਆ। ਜਿਹੜੇ ਉਹ ਕਾਰਨ ਉਹਦਾ ਕਾਰਨ ਜਾਗਰਤੀ ਐਕਟ ਆ ਗਈ ਆ। ਇੱਕ ਲੋਕ ਲਾਲਚ ਬਸ ਵਿੱਚ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਮੇਰਾ ਲੜਕਾ ਨਿਭਾ ਦੇ, ਮੇਰੀ ਲੜਕੀ ਨਿਭਾ ਦੇ, ਸਾਰਿਆਂ ਦੇ ਰਿਸ਼ਤੇਦਾਰ ਤਕਰੀਬਨ ਬਾਹਰ ਆ। ਜੇ ਇੱਕ ਬੰਦੇ ਦੇ ਮੰਨ ਲਓ 10 ਰਿਸ਼ਤੇਦਾਰ ਬਾਹਰ ਆ ਜਾਂ 4 ਪਰਿਵਾਰ ਆ ਤੇ ਉਹ ਮਤਲਬ ਉਹ ਵੀ ਚਾਹੁੰਦੇ ਸਾਡਾ ਵੀ ਕੋਈ ਚੱਲ ਜਾਵੇ, ਕੋਈ ਲੜਕੀ ਭੇਜ ਦਿੰਦਾ ਤੇ ਕੋਈ ਲੜਕਾ ਭੇਜ ਦਿੰਦਾ। ਇਸ ਕਰਕੇ ਉਸ ਲਾਲਚ ਨਾਲ ਇਹਦਾ ਰੇਟ ਤਾਂ ਵੱਧ ਰਿਹਾ। ਦੂਜੇ ਪਾਸੇ ਥੋੜਾ ਜਿਹਾ ਘਟ ਵੀ ਰਿਹਾ, ਇਸ ਕਰਕੇ ਥੋੜਾ ਘਟ ਵੀ ਰਿਹਾ। ਉਹਦਾ ਕਾਰਨ ਵੀ ਜਿਹੜੀ ਆਪਾਂ ਅੱਗੇ ਲੜਕੇ ਨੂੰ ਹੀ ਜਾਇਦਾਦ ਦਿੰਦੇ ਸੀ, ਹੁਣ 2005 ਕਾਨੂੰਨ ਆ ਗਿਆ ਵੀ ਲੜਕੀ ਵੀ ਬਰਾਬਰ ਹੋਵੇਗੀ। ਜਦੋਂ ਲੜਕੀ ਨੂੰ ਮਾਂ-ਬਾਪ ਤੋਂ ਜ਼ਮੀਨ ਮਿਲ ਜਾਣੀ ਆ ਜੱਦੀ ਜਾਇਦਾਦ ਦੇ ਵਿੱਚੋਂ। ਦੂਜਾ ਇਹ ਆ ਵੀ ਜਿਹੜੀ ਪੜ੍ਹਾਈ ਆ, ਐਜੂਕੇਸ਼ਨ ਆ, ਜਿਹਦੇ ਵਿੱਚ ਹੁਣ ਲੜਕੀਆਂ ਹੀ ਫਸਟ ਆਉਂਦੀਆਂ, ਲੜਕੀਆਂ ਸਾਰੀਆਂ ਮੋਹਰੇ ਹੋ ਕੇ ਕੰਮ ਕਰਦੀਆਂ। ਲੜਕੀਆਂ ਪ੍ਰਧਾਨ ਮੰਤਰੀ ਬਣੀਆਂ, ਲੜਕੀਆਂ ਡਿਫੈਂਸ ਮਿਨਿਸਟਰ ਬਣੀਆਂ, ਜਹਾਜ਼ ਉਡਾਉਂਦੀਆਂ, ਗੱਡੀ ਚਲਾਉਂਦੀਆਂ, ਟਰੱਕ ਚਲਾਉਂਦੀਆਂ, ਕਾਰਾਂ ਚਲਾਉਂਦੀਆਂ। ਤੇ ਹੁਣ ਉਹਨਾਂ ਪ੍ਰਤੀ ਸਮਾਜ ਦੀ ਵੀ ਦ੍ਰਿਸ਼ਟੀ ਜਿਹੜੀ ਨਿਗਾਹ ਆ ਉਹ ਬਦਲੀ ਆ। ਉਹ ਕਹਿੰਦੇ ਆ ਵੀ ਕੁੜੀਆਂ ਮੁੰਡਿਆਂ 'ਚ ਕੋਈ ਫਰਕ ਨਹੀਂ, ਤਾਂ ਉਹ ਇਸ ਗੱਲ ਤੇ ਸਬਰ ਕਰ ਲੈਂਦੇ ਆ ਕਿ ਅਸੀਂ ਜ਼ਮੀਨ ਸਾਰੀ ਕੁੜੀ ਨੂੰ ਦੇ ਦੇਣੀ ਹੈ। ਜੇ ਸਾਨੂੰ ਪਰਮਾਤਮਾ ਨੇ, ਜਿੱਦਾਂ ਗੌਰ 'ਚ ਆਪਾਂ ਯਕੀਨ ਕਰਦੇ ਆ, ਜੇ ਸਾਨੂੰ ਬੱਚਾ ਨਹੀਂ ਦਿੱਤਾ ਤਾਂ ਕੋਈ ਗੱਲ ਨਹੀਂ, ਇਹ ਪੋਤੀ ਆ ਸਾਡਾ ਲੜਕੀ ਤੇ ਉਹ ਲੜਕੀ। ਇਸ ਕਰਕੇ ਇਹ ਰੁਝਾਨ ਥੋੜਾ ਜਿਹਾ ਘਟਿਆ ਕਿ ਜਦੋਂ ਲੜਕੀਆਂ ਬਾਰੇ ਉਹਨਾਂ ਦੀ ਰਾਏ ਬਦਲੀ ਆਮ ਪਰਿਵਾਰਾਂ ਦੀ, ਉਹ ਜਾਇਦਾਦ ਵਾਲੀ ਗੱਲ ਜਿਹੜੀ ਆ ਵੀ ਇਹਨੂੰ ਕੋਈ ਸਾਂਭਣ ਵਾਲਾ ਹੋਵੇ। ਹੁਣ ਉਹ ਸਮਝਦੇ ਵੀ ਲੜਕੀ ਸਾਂਭ ਸਕਦੀ ਆ, ਇਹ ਵੀ ਪੁੱਤਾਂ ਵਾਂਗ ਆ, ਇਹ ਵੀ ਉਦਾਂ ਹੀ ਕਮਾਈ ਕਰਦੀ ਆ, ਇਹ ਵੀ ਉਦਾਂ ਹੀ ਪਿਆਰ ਕਰਦੀ ਆ, ਪਰ ਕਈ ਗੱਲਾਂ 'ਚ ਇਹ ਮੁੰਡੇ ਨਾਲੋਂ ਵੀ ਚੰਗੀ ਆ, ਉਹ ਦਿੰਦੇ ਆ। ਇਹ ਰੇਟ ਥੋੜਾ ਜਿਹਾ ਘਟਿਆ। ਕਿੰਨਾ ਘਟਿਆ ਇਹ ਨਹੀਂ ਮੈਂ ਤਾਂ ਰਿਜੈਕਟ ਕਰ ਸਕਦਾ। ਅੰਕੜੇ ਤੋਂ ਆਪਾਂ ਲੈਣਾ ਵੀ ਕੀ ਹੈ। ਇਹ ਮਤਲਬ ਤੁਹਾਡੀ ਗੱਲ ਤੋਂ ਲੱਗਦਾ ਇਹ ਹੈ ਕਿ ਬੇਸਿਕਲੀ ਇਹ ਜਗੀਰੂ ਪ੍ਰਬੰਧ ਦੇ ਵਿੱਚ ਖਾਸ ਕਰਕੇ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਲੋਕ ਸੀਗੇ ਉਹਨਾਂ 'ਚ ਆਇਆ ਕਿ ਮੇਰੀ ਜ਼ਮੀਨ ਹੈ, ਕੁੜੀਆਂ ਆ, ਜਵਾਈਆਂ ਨੂੰ ਵੀ ਦੇਣੀ, ਇਹ ਮੇਰਾ ਮਤਲਬ ਕੋਈ ਵੀ ਜਿਹੜਾ ਮੇਲ ਚਾਹੀਦਾ ਉਹ ਚਾਹੀਦਾ ਉਹ ਸਾਂਭ ਲਵਾਂਗੇ। ਪਰ ਜਿਉਂ-ਜਿਉਂ ਜਗੀਰੂ ਸੋਚ ਬਦਲ ਰਹੀ ਆ, ਤਬਦੀਲੀ ਸਮਾਜ ਦੇ ਵਿੱਚ ਆ ਰਹੀ ਹੈ, ਤਿਉਂ-ਤਿਉਂ ਤੁਹਾਨੂੰ ਲੱਗਦਾ ਕਿ ਇਹਦੀ ਅਡਾਪਸ਼ਨ ਦੀ ਜਿਹੜੀ ਪ੍ਰਤੀਸ਼ਤ ਆ ਉਹ ਘਟ ਰਹੀ ਆ। ਕਿ ਜੇ ਇੱਕ ਲੜਕੀ ਆ ਉਹਨੇ ਵੀ ਜੇ ਕਿਸਾਨ ਦਾ ਬੇਟਾ ਉਹਨੇ ਪਤਾ ਨਹੀਂ ਖੇਤੀ ਕਰਨੀ ਕਿ ਨਹੀਂ ਕਰਨੀ,
ਕੁੜੀ ਆ ਉਹਨੇ ਵੀ ਨੌਕਰੀ ਕਰਨੀ ਆ, ਮੁੰਡਾ ਉਹਨੇ ਵੀ ਨੌਕਰੀ ਕਰਨੀ ਆ, ਕਿ ਜਿਹੜਾ ਇੱਕ ਰੁਝਾਨ ਥੋੜਾ ਜਿਹਾ ਜੇ ਵੱਧ ਰਿਹਾ, ਉਹਦੀ ਵਜ੍ਹਾ ਇਹ ਹੈ ਕਿ ਜਿਹੜੇ ਸਾਡੇ NRI ਆ ਤੇ ਸਾਡੀ ਬਾਹਰ ਜਾਣ ਦੀ ਇੱਕ ਇੱਛਾ ਆ, ਇਹ ਤੁਸੀਂ ਕਹਿਣਾ ਇਹ ਚਾਹੁੰਦੇ ਆ ਕਿ ਉਹ ਜ਼ਿਆਦਾ ਪ੍ਰਬਲ ਹੈ, ਕਿ ਉਹ ਜ਼ਿਆਦਾ ਕਰ ਰਿਹਾ ਕਿ ਸਾਡਾ ਬੱਚਾ ਸਿੱਧੇ ਢੰਗ ਨਾਲ ਇਹ ਚਲੇ ਜਾਏ ਬਾਹਰ। ਕਿਉਂਕਿ ਹੁਣ ਪ੍ਰਵਾਸ ਦਾ ਸਭ ਤੋਂ ਸਾਰੇ ਲੋਕ ਇਹ ਨਹੀਂ ਵੀ ਗਰੀਬ ਹੀ ਲੋਕ ਜਾ ਰਹੇ ਆ, ਜਿਨ੍ਹਾਂ ਦੀ ਜ਼ਮੀਨ ਵੀ ਅੱਛੀ ਆ, ਜਿਨ੍ਹਾਂ ਦੀ ਐਜੂਕੇਸ਼ਨ ਵੀ ਅੱਛੀ ਆ, ਜਿਹੜੇ ਚੰਗੇ ਪੜ੍ਹੇ ਲਿਖੇ ਆ, ਉਹ ਵੀ ਵੱਡੀਆਂ ਨੌਕਰੀਆਂ ਛੱਡ ਕੇ ਜੇ ਕੈਨੇਡਾ ਜਾਣ ਦਾ ਉਹਨਾਂ ਦਾ ਪ੍ਰੋਗਰਾਮ ਬਣਦਾ ਜਾਂ ਅਮਰੀਕਾ ਜਾਂ ਹੋਰ ਬਾਕੀ ਦੇਸ਼ਾਂ ਵਿੱਚ ਜਿਹਨੂੰ ਉਹ ਚੰਗਾ ਸਮਝਦੇ ਆ ਤੋਂ ਜਾਈ ਜਾ ਰਹੇ ਆ। ਸਿਰਫ ਇਹ ਆ ਵੀ ਜਿਹੜਾ ਪੈਸਾ ਆ ਇਹ ਮਨੁੱਖ ਦੇ ਮੂਹਰੇ ਜ਼ਿਆਦਾ ਆ ਗਿਆ, ਰਿਸ਼ਤੇ ਜਿਹੜੇ ਉਹ ਰਿਸ਼ਤੇ ਕਮਜ਼ੋਰ ਹੋਏ ਆ। ਦੂਜਾ ਵੀ ਹੁਣ ਕਿਹੜਾ ਹਾਲ ਫੜ ਕੇ ਜ਼ਮੀਨ ਵਾਹੁਣੀ ਹੁੰਦੀ ਆ, ਪਸ਼ੂ ਰੱਖਣੇ ਹੁੰਦੇ ਆ, ਹੁਣ ਤੁਸੀਂ ਕੋਲ ਖੜੇ ਹੋ ਕੇ ਕਿਸੇ ਤੋਂ ਬਹਾ ਦਿਓ, ਕਿਰਾਏ ਤੋਂ ਬਹਾ ਲਓ। ਉਹ ਲੜਕੀ ਵੀ ਕਰ ਸਕਦੀ ਆ, ਜਿਹੜੇ ਕੰਮ ਉਹ ਨਹੀਂ ਕਰ ਸਕਦੀ ਸੀ ਪਹਿਲਾਂ ਹੁਣ ਕਰ ਸਕਦੀ ਆ। ਉਹ ਸਮਝਦੇ ਆ ਵੀ ਸਾਡਾ ਇਹ ਵਾਰਸੀ ਆ, ਪਿੰਡ ਰਹੂਗੀ, ਸਾਡੀ ਦੇਖਭਾਲ ਕਰੂਗੀ, ਜ਼ਿਆਦਾ ਫਾਇਦੇ ਆ। ਹੁਣ ਮਨੁੱਖ ਨੇ ਵੀ ਸੋਚ ਬਦਲੀ। ਤੁਹਾਡੀ ਗੱਲ ਦੇ ਨਾਲ ਹੀ ਜੁੜਦਾ ਕਿ ਹੁਣ ਕਈ ਪਰਿਵਾਰਾਂ ਦੇ ਵਿੱਚ ਦੇਖਿਆ ਤੇ ਸਾਡੇ ਪਿੰਡਾਂ ਵੱਲ ਵੀ ਕਿ ਲੜਕੀਆਂ ਜਿਹੜੀਆਂ ਉਹ ਟਰੈਕਟਰ ਚਲਾ ਕੇ ਸਾਰਾ ਖੇਤੀ ਦਾ ਕੰਮ ਕਰਦੀਆਂ ਆ, ਕਿ ਇਹ ਇਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਇਹੋ ਜਿਹੀ। ਪਰ ਇਹ ਹੈ ਕਿ ਜਿਵੇਂ ਕਿਸੇ ਪਰਿਵਾਰ ਦੇ ਵਿੱਚ ਕੋਈ ਜੋੜਾ ਬੱਚਾ ਪੈਦਾ ਨਹੀਂ ਹੋ ਸਕਦਾ, ਕੋਈ ਬਿਮਾਰੀ ਆ ਹੋ ਰਿਹਾ, ਉਹਨਾਂ ਲਈ ਜਿਹੜਾ ਤੁਹਾਡੇ ਮੁਤਾਬਕ ਇਹ ਕਾਨੂੰਨ ਹੈ, ਇਹਦਾ ਬਹੁਤ ਫਾਇਦਾ ਕਿ ਸੋਚ ਸਮਝ ਕੇ ਕਿ ਜਿੰਨੀ ਕੁ ਤੁਹਾਡੀ ਸਮਰੱਥਾ ਹੋਵੇ ਉਸ ਢੰਗ ਦੇ ਨਾਲ ਬੱਚਾ ਗੋਦ ਲੈਣ ਦੀ ਪ੍ਰੋਵੀਜ਼ਨ ਕਾਨੂੰਨ ਦੇ ਵਿੱਚ ਹੈ, ਤੇ ਉਹ ਬੱਚਾ ਗੋਦ ਲੈ ਕੇ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ, ਜਿਨ੍ਹਾਂ ਦੇ ਘਰ ਔਲਾਦ ਨਹੀਂ ਹੋਈ, ਉਹ ਜੋੜਾ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦਾ। ਜੇ ਮੈਂ ਆਮ ਇਹ ਲਫ਼ਜ਼ਾਂ 'ਚ ਕਹਾਂ ਕਿ ਹੁਣ ਜਾਇਦਾਦਾਂ ਨੂੰ ਸਮਝਣ ਲਈ, ਸੰਭਾਲਣ ਲਈ ਤੇ ਬਹੁਤ ਘੱਟ ਗੋਦ ਲੈਂਦੇ ਆ ਲੋਕ। ਠੀਕ ਹੈ, ਕਿਉਂਕਿ ਬਾਹਰ ਬੈਠੇ ਵੀ ਮਾਮਲਾ ਲਈ ਜਾਂਦੇ ਆ, ਇੱਥੇ ਆਣ ਕੇ ਵੀ ਜ਼ਮੀਨ ਬਹਾ ਕੇ ਕਰੀ ਜਾਂਦੇ ਆ। ਉਹ ਹੁਣ ਸਿਰਫ ਇਸ ਗੱਲ ਤੋਂ ਲੋਕਾਂ ਮਤਲਬ ਸਮਝ ਆ ਗਈ ਆ ਕਿ ਬੱਚਾ ਗੋਦ ਲੈਣ ਦੀ ਕੋਈ ਲੋੜ ਨਹੀਂ। ਪਰ ਉਹ ਜਿਹੜਾ ਪਹਿਲਾਂ ਮੈਂ ਦੱਸਿਆ ਜਿਹੜਾ ਇਹ ਰੁਝਾਨ ਹੋ ਗਿਆ ਸਾਡਾ ਬੱਚਾ ਵੀ ਬਾਹਰ ਚਲ ਜਾਵੇ, ਇਸ ਕਰਕੇ ਅਡਾਪਸ਼ਨ ਜਿਹੜੀ ਆ ਉਹ ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ, ਮਿੱਤਰਾਂ ਨੂੰ ਕਹਿ ਕੇ ਆਪਣੇ ਬੱਚਿਆਂ ਦੀ ਕਰਾ ਰਹੇ ਆ, ਉਹ ਲੈ ਰਹੇ ਆ। ਇੱਦਾਂ ਜਿਹੜੇ ਬੱਚੇ ਛੋਟੇ ਆ ਉਹ ਬਾਹਰ ਲੰਘ ਰਹੇ ਆ, ਜਿਹੜਾ ਬਈ ਜਿੱਦਾਂ ਆਮ ਰੁਝਾਨ ਆ ਉਸ ਰੁਝਾਨ ਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ ਹੈ। ਚਲੋ ਸ਼ੁਭਲੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਅਡਾਪਸ਼ਨ ਬਾਰੇ, ਮਤਵੰਨਾ ਬਣਾਉਣ ਬਾਰੇ, ਗੋਦ ਲੈਣ ਬਾਰੇ ਬੜੀ ਵਡਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ। ਉਮੀਦ ਹੈ ਪਿਆਰੇ ਦਰਸ਼ਕੋ ਤੁਹਾਨੂੰ ਸ਼ੁਭਲੀ ਜੀ ਦੇ ਇਹ ਵਿਚਾਰ, ਇਹ ਕਾਨੂੰਨੀ ਵਿਚਾਰ ਪਸੰਦ ਆਏ ਹੋਣਗੇ।